बीजेपी की सरकार नहीं समझती कि ये जो भी बिल लियाते जा रहे पंजाबियों लिए ਜਾਂ किसानों लिए फायदेमंद नहीं। सो गल ये हो गई 56 साल हो गए पेट भरदे हुण जदों ये सारा कुछ हो गया इन्होंने हिसाब ला लिया कि पंजाब की सानू को बहुती लोड़ नहीं रहेगी। क्रोनिक बीमारी है मिसमैनेजमेंट ऑफ FCI बट ਇਹਦੇ ਵਿੱਚ ਹੁਣ ਕਰਨਾ ਕੀ ਚਾਹੁੰਦੇ ਨੇ ਸਜ਼ਾ ਦੇਣਾ ਚਾਹੁੰਦੇ ਨੇ ਕਿਸਾਨ ਵੀਰਾਂ ਨੂੰ। ਤਾਂ ਫਿਰ ਪੰਜਾਬ ਨੂੰ ਹੌਲੀ ਹੌਲੀ ਉਦੋਂ ਤੋਰ ਨਹੀਂ ਲੈਣਾ ਚਾਹੀਦਾ ਸੀ ਤੁਹਾਡੇ ਹਿਸਾਬ ਨਾਲ ਇਸ ਪਾਸੇ ਵੀ ਯਾਰ ਜੇ ਅਸੀਂ ਆ ਤਬਦੀਲੀ ਕਰਨੀ ਆ ਤੇ ਠਾਹ ਸੋਟਾ ਨਹੀਂ ਮਾਰਾਂਗੇ ਆਪਾਂ ਹੌਲੀ ਹੌਲੀ ਕਰ ਲਈਏ। इन्हों को मिसकैलकुलेशन होगी सरदारनी हरसिमरत कौर बादल को शी कुड नॉट असैस कि जिम्मेदार इस गल च किन्ना क भड़केगा। हर पोलीटिकल क्लास ये आ गई, हर बच्चा अपने आप निकलिया ये समझते हुए कि साडी खून की लड़ाई ਹੁਣ ਇਹਦਾ ਮਤਲਬ ਕਿ ਆਪਣੇ ਪੰਜਾਬ ਦੇ ਹੱਥੋਂ ਗੇਮ ਨਿਕਲ ਗਈ। ਉਹ ਆਸਟ੍ਰੇਲੀਆ ਤੋਂ ਮੰਨ ਲਓ ਕੰਟੇਨਰ ਲੈ ਆਉਂਦੇ ਜੀ ਭਰ ਕੇ ਇੱਥੇ ਕਣਕ ਦੇ, ਅਗਲਿਆਂ ਨੂੰ ਇੱਥੇ ਪਹੁੰਚ ਕੇ ਵੀ ਜੇ 1600 ਦੀ ਪੈਂਦੀ ਹੈ ਤਾਂ ਆਪਣੇ ਵਾਲੀ ਕਣਕ 1975 ਨੂੰ ਕੌਣ ਖਰੀਦੂਗਾ ਫਿਰ। ਹੁਣ ਦੋਨਾਂ 'ਚ ਇੱਕ ਹੀ ਰੱਖਿਆ ਜਾ ਸਕਦਾ, ਜਾਂ ਤੇ ਕਿਸਾਨ ਬਚਾਇਆ ਜਾ ਸਕਦਾ ਜਾਂ ਵਪਾਰੀ ਬਚਾਇਆ ਜਾ ਸਕਦਾ। ਅਜੇ ਤੱਕ ਅਸੀਂ ਬਿਲਕੁਲ 100% ਉਹਨਾਂ ਤੇ ਨਿਰਭਰ ਹਾਂ। ਅਚਾਨਕ ਜੇ ਤੁਸੀਂ ਅੱਜ ਬਾਂਹ ਛਡਾ ਲੋਗੇ ਤੇ ਕਿਸਾਨ ਵਾਸਤੇ ਕੋਈ ਰਸਤਾ ਨਹੀਂ ਰਹਿ। ਤੋ ਇਹ ਇਸ ਬਿਹਤਰੀ ਹੈ ਪੰਜਾਬ ਸਾਡੇ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਵਾਸਤੇ ਬਹੁਤ ਜ਼ਰੂਰੀ ਕਿ ਇਸ ਕਿਸਮ ਦੀ ਕੋਈ ਮੂਵਮੈਂਟ ਨਾ ਚੱਲ ਪਏ ਜਿਹਦੇ ਨਾਲ ਸਾਨੂੰ ਬਹੁਤ ਵੱਡੀ ਕੀਮਤ ਅਦਾ ਨਾ ਕਿਤੇ ਕਰਨੀ ਪੈ ਜਾਏ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ TV। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ ਦੇ ਵਿੱਚ ਮੈਂ ਪੋਲੀਟੀਸ਼ੀਅਨਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣਾ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬਹੁਤ ਸਾਰੇ ਸਵਾਲ ਐਸੇ ਨੇ ਜਿਹੜੇ ਤੁਹਾਡੇ ਮਨਾਂ ਦਿਲਾਂ 'ਚ ਹੁੰਦੇ ਆ ਤੇ ਉਹਨਾਂ ਦੇ ਜਵਾਬ ਉਹ ਖਾਸ ਸ਼ਖਸੀਅਤਾਂ ਹੀ ਦੇ ਸਕਦੀਆਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਾਹ ਪੈਂਦਾ ਰਹਿੰਦਾ। ਕਈ ਵਾਰ ਆਪਾਂ ਮੀਡੀਆ 'ਚ ਇੱਧਰੋਂ ਉੱਧਰੋਂ ਕਈ ਗੱਲਾਂ ਪੜ੍ਹਦੇ ਹਾਂ ਪਰ ਉਨੀਆਂ ਕਲੀਅਰ ਨਹੀਂ ਹੁੰਦੀਆਂ। ਹੁਣ ਇਸ ਵਕਤ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰੌਲਾ ਹੈ ਤਾਂ ਉਹ ਹੈ ਖੇਤੀ ਬਿੱਲਾਂ ਦਾ। ਖੈਰ ਹੁਣ ਤਾਂ ਉਹ ਕਾਨੂੰਨ ਬਣ ਚੁੱਕੇ ਆ ਤੇ ਜਿਹੜੇ ਖੇਤੀ ਵਾਲੇ ਨਵੇਂ ਕਾਨੂੰਨ ਬਣੇ ਨੇ ਉਹਨਾਂ ਦੇ ਨਾਲ ਉੱਥੇ ਪਾਰਲੀਮੈਂਟ 'ਚ ਕੀ ਕੁਝ ਹੋਇਆ, ਕਿਹੜੀ ਧਿਰ ਨੇ ਕੀ ਕੁਝ ਕਿਹਾ ਕੀਤਾ, ਉਹ ਸਾਰੀਆਂ ਗੱਲਾਂ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਬਿੱਲਾਂ ਦਾ ਪੈਣ ਵਾਲਾ ਜਿਹੜਾ ਪ੍ਰਭਾਵ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸੇ ਲਈ ਅੱਜ ਆਪਣੇ ਨਾਲ ਕਾਂਗਰਸ ਪਾਰਟੀ ਦੇ MP ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਸੰਧਵਾਲੇ ਸਰ, ਬਹੁਤ ਮਿਹਰਬਾਨੀ ਜੀ। ਬਾਜਵਾ ਸਾਹਿਬ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਕਿ ਜਿੰਨਾ ਕੁ ਸਾਨੂੰ ਪਤਾ ਉਹ ਇਹ ਹੈ ਕਿ ਰਾਜ ਸਭਾ ਦੇ ਵਿੱਚ ਤੁਸੀਂ ਇਸ ਵਾਰ ਲੀਡ ਸਪੀਕਰ ਸੀ ਕਾਂਗਰਸ ਪਾਰਟੀ ਵੱਲੋਂ। ਏਡੀ ਵੱਡੀ ਪਾਰਟੀ ਨੇ ਜਿਹੜਾ ਸਭ ਤੋਂ ਜ਼ਿੰਮੇਵਾਰੀ ਵਾਲਾ ਕੰਮ ਸੀਗਾ ਉਹ ਤੁਹਾਨੂੰ ਜ਼ਿੰਮੇ ਲਾਇਆ ਕਿ ਤੁਸੀਂ ਸਮਝਾਓ ਜੀ BJP ਦੀ ਸਰਕਾਰ ਨਹੀਂ ਸਮਝਦੀ ਕਿ ਇਹ ਜੋ ਵੀ ਬਿੱਲ ਲਿਆਂਦੇ ਜਾ ਰਹੇ ਪੰਜਾਬੀਆਂ ਲਈ ਜਾਂ ਕਿਸਾਨਾਂ ਲਈ ਫਾਇਦੇਮੰਦ ਨਹੀਂ। ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਵੀ ਕੀਤੀ ਪਰ ਉਹਦੇ ਬਾਵਜੂਦ ਉੱਥੇ ਜੋ ਕੁਝ ਹੋਇਆ ਉਹ ਬਹੁਤਾ ਬਾਹਰ ਨਹੀਂ ਆਇਆ। ਤੁਸੀਂ ਤਾਂ ਉੱਥੇ ਸੀਗੇ। ਸੋ ਮੈਂ ਚਾਹੁੰਦਾ ਕਿ ਆਪਾਂ ਉਹ ਪਹਿਲਾਂ ਉਸੇ ਐਪੀਸੋਡ ਤੋਂ ਸ਼ੁਰੂ ਕਰੀਏ ਕਿ ਤੁਸੀਂ ਉੱਥੇ ਆਪਣੀ ਗੱਲ ਕਿਵੇਂ ਰੱਖੀ ਤੇ ਜੋ ਤੁਸੀਂ ਆਸ ਕਰਦੇ ਸੀ ਉਹਦੇ ਉਲਟ ਕੀ ਕੁਝ ਹੋਇਆ। ਵੇਖੋ ਗੁਰਪ੍ਰੀਤ ਜੀ, ਇਸ ਤਰ੍ਹਾਂ ਹੈ ਕਿ ਅਸੀਂ ਵੀ ਜੋ ਸਰਕਾਰ 'ਚ ਰਹੇ ਹਾਂ ਇਸ ਤੋਂ ਪਹਿਲੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਦੇ ਨਾਲ ਤੇ ਸਾਡੇ ਗੁਰਦਾਸਪੁਰ ਦੇ ਵੋਟਰਸ ਦੀ ਆਸ਼ੀਰਵਾਦ ਦੇ ਨਾਲ 2009 ਤੋਂ ਲੈ ਕੇ 14 ਤੱਕ ਮੈਂ ਲੋਕ ਸਭਾ ਦਾ ਮੈਂਬਰ ਆਫ ਪਾਰਲੀਮੈਂਟ ਸੀ ਜੀ। ਫਿਲਮ ਅਧਿਕਾਰ ਜਿਹੜੇ ਬੜੇ ਵੱਡੇ ਆਰਟਿਸਟ ਸਨ, ਵਿਨੋਦ ਖੰਨਾ ਸਾਹਿਬ, ਉਹਨਾਂ ਨੂੰ ਉਰਾ ਕੇ ਮੈਂ ਉੱਥੇ ਗਿਆ ਸੀ। ਉਸ ਟਾਈਮ ਸ਼ਰਦ ਪਵਾਰ ਸਾਹਿਬ ਸਾਡੇ ਐਗਰੀਕਲਚਰ ਮੰਤਰੀ ਹੁੰਦੇ ਸੀ ਜੀ। ਇਹੀ ਮਹਿਕਮਾ ਜਿਹੜਾ ਤੋਮਰ ਸਾਹਿਬ ਕੋਲ ਤੇ ਇਹ ਖੁਦ ਕਿਸਾਨਾਂ ਦੇ ਲੀਡਰ ਨੇ, ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਨੇ, ਉਹਨਾਂ ਦਾ ਬੜਾ ਇੰਟਰਸਟ ਹੈ ਕਿਸਾਨੀ ਦੇ ਵਿੱਚ। ਜਦੋਂ ਝੋਨੇ ਦਾ ਸੀਜ਼ਨ ਆਉਣਾ ਤੇ ਪੰਜਾਬ ਦੇ MPਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਕਿ ਸਾਨੂੰ ਲੋਕਾਂ ਨੇ ਦੱਸਣਾ ਸ਼ੁਰੂ ਕਰ ਦੇਣਾ ਸਾਰਿਆਂ ਨੇ ਕਿ ਜੀ ਜ਼ੋਰ ਲਾਓ, ਇਹ ਨਾ ਹੋਏ ਕਿ ਖਰੀਦ ਨਾ ਪੂਰੀ ਹੋ ਸਕੇ। ਤੋ ਕਣਕ ਦੀ ਖਰੀਦ 'ਚ ਕਦੀ ਪ੍ਰੋਬਲਮ ਨਹੀਂ ਸੀ ਆਉਂਦੀ, ਬੇਸਿਕਲੀ ਚਾਵਲ ਦੀ ਖਰੀਦ ਜਿਹੜੀ ਝੋਨੇ ਦੀ ਖਰੀਦ ਹੈ ਉਹਦੇ ਵਿੱਚ ਸਮੱਸਿਆ ਆਉਂਦੀ ਸੀ ਜੀ। ਅਸੀਂ ਜਦੋਂ ਉਹਨਾਂ ਨਾਲ ਗੱਲ ਕਰਨੀ ਉਹਨਾਂ ਕਹਿਣਾ ਬਾਜਵਾ ਸਾਹਿਬ ਕਿਉਂਕਿ ਮੈਂ ਤੁਹਾਡਾ ਕਿਸਾਨਾਂ ਦਾ ਮਦਈ ਬੈਠਾ, ਮੈਂ ਖੁਦ ਕਿਸਾਨ ਹਾਂ ਤੇ ਮੇਰੇ ਹੁੰਦੇ ਤੇ ਤੁਸੀਂ ਫਿਕਰ ਨਾ ਕਰੋ, ਬਟ ਇੱਕ ਗੱਲ ਪੱਕੀ ਹੈ ਕਿ ਪੰਜਾਬ ਵਾਲਿਆਂ ਨੂੰ ਇਹ ਗੱਲ ਕਹਿ ਦਿਓ ਕਿ ਤਿਆਰੀ ਕਰ ਲਓ, 1-2 ਸਾਲਾਂ ਦੇ ਵਿੱਚ ਇਹ ਕੰਮ ਰੁਕ ਜਾਣਾ ਜੀ ਤੇ ਤੁਸੀਂ ਕੋਈ ਨਾ ਕੋਈ ਆਲਟਰਨੇਟਿਵ ਕ੍ਰੌਪ ਲੱਭੋ। ਤੁਹਾਨੂੰ ਝੋਨੇ ਤੇ ਕਣਕ ਛੱਡਣਾ ਪੈਣਾ, ਕੋਈ ਆਲਟਰਨੇਟਿਵ ਕ੍ਰੌਪ ਲੱਭਣਾ ਪੈਣਾ। ਤਾਂ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਕਿ ਗੱਲ ਇਸ ਤਰ੍ਹਾਂ ਹੈ ਪਵਾਰ ਸਾਹਿਬ, ਸਾਰੇ ਦੇਸ਼ ਨੇ ਟੇਲਰ ਮੇਡ ਕੀਤੀ ਹੈ। 1964 ਦੇ ਵਿੱਚ ਸ਼ੁਰੂ ਹੋਈ ਜਿਹੜੀ MSP ਹੈ, ਅੱਜ 56 ਸਾਲ ਹੋ ਗਏ ਜੀ। ਇਹ ਬਕਾਇਦਾ ਤੌਰ ਪੁਰਾਣਾ ਜਿਹੜਾ ਅਰਸਟਵਾਈਲ ਪੰਜਾਬ ਸੀ ਜਿਹਦੇ ਵਿੱਚ ਹਰਿਆਣਾ
ਤੇ ਹਿਮਾਚਲ ਸਾਡਾ ਹਿੱਸਾ ਸੀ। ਉਹਦੇ ਵਾਸਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਣਾਇਆ ਸੀ। ਇਹਦੀ ਬੈਕਗਰਾਉਂਡ ਸੰਧਾ ਵਾਲੇ ਸਾਹਿਬ ਮੈਂ ਦੱਸਣਾ ਚਾਹਾਂਗਾ। ਸਾਰੇ ਆਪਣੇ ਭਰਾ ਜਿਹੜੇ ਨੇ ਹਿੰਦੁਸਤਾਨ 'ਚ ਬਾਹਰਲੇ ਮੁਲਕਾਂ 'ਚ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ। ਲੇਟ 1950s ਕੁਛ 1957 58 59 60 ਦੇ ਗੇੜ 'ਚ ਹਿੰਦੁਸਤਾਨ ਦੇ ਵਿੱਚ ਬਹੁਤ ਭਾਰੀ ਫੈਮਿਨਸ ਆਉਂਦੇ ਰਹੇ ਜੀ। ਜਦੋਂ ਪੰਜਾਬ ਤੋਂ ਇਲਾਵਾ ਬਾਹਰਲੀ ਜਗ੍ਹਾ 'ਤੇ ਬਰਸਾਤਾਂ ਦੇ ਨਾਲ ਮੌਸਮ ਦੇ ਇਸ ਕਿਸਮ ਦੇ ਫਲੱਡਸ ਦੇ ਨਾਲ ਸਾਡੀ ਫਸਲ ਖਤਮ ਹੋ ਜਾਂਦੀ ਰਹੀ। ਤੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਸਨ ਜਵਾਹਰ ਲਾਲ ਨਹਿਰੂ, ਉਹਨਾਂ ਨੂੰ ਵਿਚਾਰਿਆਂ ਨੂੰ PL 480 ਦੇ ਅਧੀਨ ਇੱਕ ਜਿਸ ਤਰ੍ਹਾਂ ਠੂਠਾ ਕਹੀਦਾ ਮੰਗਵਾ ਲੈ ਕੇ ਅਮਰੀਕਾ ਕੋਲ ਕਦੀ ਆਸਟ੍ਰੇਲੀਆ ਕੋਲ ਜਾਣਾ ਪੈਂਦਾ, ਸਾਨੂੰ ਕਣਕ ਦਿਓ ਜੀ। ਉਸ ਟਾਈਮ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਗੱਲ ਵਿਚਾਰੀ ਕਿ ਗੱਲ ਇਸ ਤਰ੍ਹਾਂ ਕਿ ਸਾਡੇ ਵਾਸਤੇ ਇੱਕ ਬੜੀ ਨਮੋਸ਼ੀ ਦੀ ਗੱਲ ਹੈ ਦੇਸ਼ ਵਾਸਤੇ। ਇੱਕ ਐਡਾ ਵੱਡਾ ਦੇਸ਼ ਹੋਏ, ਭਾਵੇਂ ਆਜ਼ਾਦ ਅਸੀਂ ਥੋੜ੍ਹੀ ਦੇਰ ਪਹਿਲੇ ਹੀ ਹੋਏ ਸੀ, ਤਾਂ ਉਸ ਟਾਈਮ ਉਹਨਾਂ ਨੇ ਸਟੱਡੀ ਕੀਤੀ ਜਾਂ ਕਰਵਾਈ ਸਟੱਡੀ, ਤਾਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਸਾਰਿਆਂ ਨੂੰ ਹਿੰਦੁਸਤਾਨ 'ਚ ਐਗਰੀਕਲਚਰਲੀ ਪ੍ਰੋਗਰੈਸਿਵ ਸਟੇਟ ਬਣ ਸਕਦੀ ਹੈ, ਜਿੱਥੇ ਪਹਿਲੀ ਹਰੀ ਕ੍ਰਾਂਤੀ ਲੈ ਕੇ ਆਈ ਜਾ ਸਕਦੀ, ਉਹ ਪੰਜਾਬ ਸਟੇਟ ਜੀ। ਪੰਜਾਬ ਸਟੇਟ ਫਿਰ ਜਦੋਂ ਉਹਨਾਂ ਨੇ ਇੱਕ ਪਲਾਨ ਬਣਾ ਲਿਆ ਕਿ ਪੰਜਾਬ ਨੂੰ ਫਿਰ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰੀਏ ਜਿਹਦੇ ਨਾਲ ਉਹ ਸੈਲਫ ਸਫੀਸ਼ੀਐਂਟ ਹੋ ਸਕੇ ਤੇ ਦੇਸ਼ ਦਾ ਪੇਟ ਪਾਲ ਸਕੇ। ਸਮਝੋ ਮੈਂ ਦੱਸਣਾ ਤਾਂ ਚਾਹੁੰਦਾ ਕਿ ਇਸ ਚੀਜ਼ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜੀ। ਸੋ ਸਾਰਿਆਂ ਨੂੰ ਪਹਿਲੇ 1950s ਦੇ ਵਿੱਚ ਉਹਨਾਂ ਨੇ ਭਾਖੜਾ ਡੈਮ ਦਿੱਤਾ ਪੰਜਾਬ ਜੀ। ਭਾਖੜਾ ਡੈਮ ਤਕਰੀਬਨ ਮੇਰੇ ਖਿਆਲ 1960 ਦੇ ਵਿੱਚ ਜਾਂ 61 ਦੇ ਵਿੱਚ ਬਣ ਗਿਆ। 5-6 ਸਾਲ 7 ਸਾਲ 'ਚ ਮੁਕੰਮਲ ਕਰ ਲਿਆ। ਭਾਖੜੇ ਦੇ ਨਾਲ ਫਿਰ ਜਿਹੜਾ ਕਨਾਲ ਨੈਟਵਰਕ ਹੈ, ਕਿਉਂਕਿ ਆਮ ਤੌਰ ਤੁਹਾਨੂੰ ਪਤਾ ਜਿਹੜੇ ਮਾਲਵੇ ਦੀ ਰੀਜਨ ਸੀ ਇਹ ਸੈਮੀ ਡੈਜ਼ਰਟ ਸੀ ਜੀ। ਇਹਦੇ ਵਿੱਚ ਪਾਣੀ ਗਿਆ ਤੇ ਅੱਜ ਸੋਨੇ ਦੀ ਜਿਸ ਤਰ੍ਹਾਂ ਕਹੀਦਾ ਜ਼ਮੀਨ ਸਾਡੀ ਬਣ ਗਈ। ਉਸ ਤੋਂ ਪਹਿਲੇ ਪਾਣੀ ਦਾ ਪ੍ਰਬੰਧ ਬਹੁਤ ਥੋੜ੍ਹਾ ਸੀ। ਟਿਊਬਵੈਲਸ ਦਾ ਵੀ ਕਿਉਂਕਿ ਹਾਈਡਲ ਬਿਜਲੀ ਆਈ ਬਹੁਤ ਸਸਤੀ। ਅੱਜ ਦੇ ਦਿਨ ਵੀ ਜਿੱਥੇ ਬਾਹਰ ਬਿਜਲੀ ਸਾਨੂੰ 7 ਜਾਂ 8 ਰੁਪਏ ਯੂਨਿਟ ਪੈਂਦੀ ਹੈ, ਤੁਸੀਂ ਹੈਰਾਨ ਹੋਵੋਗੇ ਥਰਮਲ ਪਲਾਂਟਸ ਤੋਂ। ਅੱਜ ਹਾਈਡਲ ਦੀ ਬਿਜਲੀ ਅੱਜ ਦੇ ਦਿਨ ਭਾਖੜਾ ਡੈਮ ਦੀ ਸਾਨੂੰ 47 ਪੈਸੇ ਪਰ ਯੂਨਿਟ ਪੈ ਰਹੀ ਜੀ, ਜਿਹੜੀ ਪਾਣੀ ਤੋਂ ਬਣਦੀ, ਪਾਣੀ ਤੋਂ ਜਿਹੜੀ ਬਣਦੀ ਹੈ। ਤੋ ਉਸ ਤੋਂ ਪਹਿਲੇ ਚੱਕਬੰਦੀ ਸਾ ਪ੍ਰਤਾਪ ਸਿੰਘ ਕਹਿਰੋਂ ਖੁਦ ਕਰ ਬੈਠੇ ਜੋ ਰੈਵਨਿਊ ਮਿਨਿਸਟਰ ਸੀ, ਜ਼ਮੀਨਾਂ ਇਕੱਠੀਆਂ ਕਰ ਲਈਆਂ, ਨਹੀਂ ਤੇ ਕਿਸੇ ਦੇ 2 ਕਿੱਲੇ ਇੱਥੇ ਸੀ 4 ਕਿੱਲੇ ਉੱਥੇ ਹੁੰਦੀ ਸੀ। ਸੋ ਇਹਦੇ ਨਾਲ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਈ ਜੀ, ਨਵੇਂ ਬੀਜ ਆਏ। ਵੇਖੋ ਹੈਰਾਨੀ ਦੀ ਗੱਲ ਸੰਧ ਵਾਲੇ ਸਾਹਿਬ, ਪੰਜਾਬ ਦੇ ਲੋਕਾਂ ਨੇ ਕਦੀ ਚਾਵਲ ਖਾਧੇ ਹੀ ਨਹੀਂ ਸੀ। ਚਾਵਲ ਤਾਂ ਕੋਈ ਇੱਥੇ ਖਾਂਦਾ ਹੀ ਨਹੀਂ ਸੀ। ਹਮੇਸ਼ਾ ਅਸੀਂ ਆਟਾ ਸਮਝੋ ਇਹ ਜਿਹੜੀ ਕਣਕ ਖਾਈਦੀ ਸੀ। ਪਹਿਲੀ ਵਾਰ 1960s ਦੇ ਵਿੱਚ ਸਾਡੇ ਜਿਹੜੇ ਐਗਰੀਕਲਚਰ ਐਕਸਪਰਟ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਰਾਈਸ ਇੰਟਰੋਡਿਊਸ ਕੀਤਾ, ਚਾਵਲ ਇੰਟਰੋਡਿਊਸ ਕੀਤਾ। ਫਿਰ ਇਹ ਚੀਜ਼ ਬਣ ਗਈ ਕਿ ਚਾਵਲ ਤੇ ਜਿਹੜੀ ਸਟੇਪਲ ਡਾਈਟ ਹੈ ਨਾਰਥ ਇੰਡੀਆ ਦੀ ਸੀ ਕਣਕ, ਸਾਊਥ ਇੰਡੀਆ ਦੀ ਸੀ ਚਾਵਲ। ਸੋ ਸਾਰੇ ਦੇਸ਼ ਨੂੰ ਇਹਨਾਂ ਦਾ ਪੇਟ ਪਾਲਣ ਵਾਸਤੇ ਸੈਂਟਰਲ ਪੂਲ ਵਾਸਤੇ ਪੰਜਾਬ ਦੀ ਇਹ ਡਿਊਟੀ ਲੱਗ ਗਈ ਕਿ ਇਹ ਤੁਹਾਡਾ ਕੰਮ ਹੈ। ਫਸਲ ਚੁੱਕਣੀ ਸਾਡਾ ਕੰਮ ਹੈ, ਪੈਸੇ ਰੀਜ਼ਨੇਬਲ ਤੁਹਾਨੂੰ ਠੀਕ ਰੇਟ ਦੇਣਾ ਸਾਡਾ ਕੰਮ ਹੈ, ਆਊਟਪੁੱਟ ਕਰਨੀ ਉਹ ਤੁਹਾਡਾ ਕੰਮ। ਉਹਦੇ ਨਾਲ ਫਿਰ ਇਹ ਦੌਰ ਸ਼ੁਰੂ ਹੋਇਆ ਜਿਹੜੀ ਪਹਿਲੀ ਹਰੀ ਕ੍ਰਾਂਤੀ ਕਹਿੰਦੇ ਨੇ। ਉਹਦੇ ਨਾਲ ਫਿਰ ਜ਼ਿਮੀਂਦਾਰਾਂ ਦਾ ਹੌਲੀ ਸਟੈਂਡਰਡ ਅੱਗੇ ਨੂੰ ਬਿਹਤਰ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਸਾਨੂੰ ਪੱਕਾ ਪਤਾ ਲੱਗ ਗਿਆ ਸਾਡੀ ਫਸਲ ਚੁੱਕੀ ਜਾਣੀ ਤੇ ਰੇਟ ਸਾਨੂੰ ਰੀਜ਼ਨੇਬਲ ਮਿਲ ਜਾਣਾ। MSP ਮਿਨੀਮਮ ਸਪੋਰਟ ਪ੍ਰਾਈਸ ਉਦੋਂ ਦੀ ਆਈ। ਸੋ ਗੱਲ ਇਹ ਹੋ ਗਈ 56 ਸਾਲ ਹੋ ਗਏ ਪੇਟ ਭਰਦੇ ਨੂੰ। ਅੱਜ ਹੁਣ ਕੀ ਹੋਇਆ, ਪਿਛਲੇ 10 ਸਾਲ 'ਚ ਕੀ ਹੋ ਰਿਹਾ? ਬਹੁਤ ਵੱਡੀਆਂ ਸਟੇਟਸ ਨੇ। ਮੱਧ ਪ੍ਰਦੇਸ਼ ਅੱਜ ਉਨੀ ਕਣਕ ਪੈਦਾ ਕਰ ਰਹੀ ਹੈ ਜਿੰਨੀ ਅੱਜ ਪੰਜਾਬ ਕਰਦਾ। ਪੰਜਾਬ ਮੱਧ ਪ੍ਰਦੇਸ਼ ਨੂੰ ਕਈ ਗੁਣਾ ਛੋਟਾ ਹੈ, ਬਟ ਅੱਜ ਮੱਧ ਪ੍ਰਦੇਸ਼ ਉਨੀ ਕਣਕ ਪੈਦਾਵਾਰ ਕਰਨ ਲੱਗ ਪਈ ਹੈ ਜਿੰਨੀ ਪੰਜਾਬ ਕਰਦਾ। ਅੱਜ ਰਾਜਸਥਾਨ 'ਚ ਵੀ ਕਿਉਂਕਿ ਇੰਦਰਾ ਕਨਾਲ ਚਲਾ ਗਿਆ, ਗਨ ਕਨਾਲ ਚਲਾ ਗਿਆ, ਪਾਣੀ ਦੀ ਵਿਵਸਥਾ ਹੋਣੀ ਸ਼ੁਰੂ ਹੋ ਗਈ। ਗੰਗਾਨਗਰ, ਬੀਕਾਨੇਰ ਸਾਰੇ ਏਰੀਏ ਦੇ ਵਿੱਚੋਂ ਕਣਕ ਆਉਣੀ ਸ਼ੁਰੂ ਹੋ ਗਈ। ਫਿਰ ਝਾਰਖੰਡ ਆ ਗਿਆ, ਛੱਤੀਸਗੜ੍ਹ ਆ ਗਿਆ, ਬਿਹਾਰ ਆ ਗਿਆ। ਬਹੁਤ ਸਾਰੀ ਜਗ੍ਹਾ ਦੇ ਉੱਤੋਂ ਕਿਤੋਂ ਚਾਵਲ ਆਉਣਾ ਸ਼ੁਰੂ ਹੋ ਗਿਆ, ਕਿਤੋਂ ਕਣਕ ਆਉਣੀ ਸ਼ੁਰੂ ਹੋ ਗਈ। ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ, ਇਹਨਾਂ ਨੇ ਹਿਸਾਬ ਲਾ ਲਿਆ ਕਿ ਹੁਣ ਤੇ ਸਾਨੂੰ ਪੰਜਾਬ ਦੀ ਸਾਨੂੰ ਕੋਈ ਬਹੁਤੀ ਲੋੜ ਨਹੀਂ ਰਹਿ ਗਈ। ਉਹਦੇ 'ਚ 1966 ਦੇ ਵਿੱਚ ਆ ਕੇ 1966 'ਚ ਹਰਿਆਣਾ ਵੱਖਰਾ ਹੋ ਗਿਆ ਤੇ ਅਰਸਟਵਾਈਲ ਪੰਜਾਬ ਹੋ ਹੀ ਰਿਹਾ। ਬਹੁਤ ਦੇਰ ਦੇ ਬਾਬੂ ਜਿਹੜੇ ਨੇ, ਵੇਖੋ ਮੈਂ ਤੁਹਾਡੇ ਟੈਲੀਵਿਜ਼ਨ ਚੈਨਲ ਤੇ ਦੱਸਣਾ ਚਾਹੁੰਦਾ, ਇਹ ਜਿਹੜੇ ਬਿਊਰੋਕਰੇਟਸ ਨੇ ਇਹਨਾਂ ਦਾ ਕਹਿਣਾ ਇਹ ਸੀ ਕਿ ਜੀ ਹਰ ਸਾਲ ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਉਹ ਬਕਾਇਦਾ ਤੌਰ ਚਾਵਲ ਤੇ ਕਣਕ ਖਰੀਦਣ ਵਾਸਤੇ ਜਨਰਲੀ ਬਣੀ ਸੀ। ਉਹ ਅਦਰਵਾਈਜ਼ ਇਸ ਟਾਈਮ 23 ਆਈਟਮਸ ਨੇ ਜਿਹੜੀਆਂ MSP ਥੱਲੇ ਨੇ,
ਜਿਸ ਤਰ੍ਹਾਂ ਅਸੀਂ ਤੁਸੀਂ ਨਰਮਾ ਹੀ ਕਹਿ ਦਿੰਦੇ ਹੋ, ਤੁਹਾਡੇ ਮਾਲਵੇ ਦਾ ਨਰਮਾ ਹੈ ਜੀ, ਜੀ। ਉਹਦੇ 'ਚ ਤੁਸੀਂ ਬਾਰਲੀ ਹੈ, ਉਹਦੇ ਵਿੱਚ ਬਹੁਤ ਸਾਰੇ ਹੋਰ ਆਈਟਮਸ ਨੇ, 23 ਆਈਟਮਸ ਨੇ। ਜੀ, ਜੀ। ਬਟ ਜਰਨਲੀ ਉਹਦੇ ਵਿੱਚ ਹੁੰਦਾ ਕੀ ਹੈ ਕਿ ਗਵਰਨਮੈਂਟ ਬਾਕੀਆਂ ਦੀ ਖਰੀਦ ਘੱਟ ਕਰਦੀ ਹੈ, ਇੱਕ ਇੱਕ ਕੀਮਤ ਜ਼ਰੂਰ ਦੱਸ ਦਿੰਦੀ ਹੈ, ਬਟ ਜਦੋਂ ਗਵਰਨਮੈਂਟ ਕਿਸੇ ਖਰੀਦ 'ਚ ਨਹੀਂ ਜਾਂਦੀ ਤੇ ਪ੍ਰਾਈਵੇਟ ਜਿਹੜਾ ਵਪਾਰੀ ਹੈ ਉਹ ਤਾਂ ਫਿਰ ਕਿਸਾਨ ਨੂੰ ਤੇ ਗਰੀਬ ਨੂੰ ਉਹਦੇ ਕੋਲ ਉਹੀ ਫਸਲ ਦਾ ਅੱਜ ਵੇਖੋ, ਅੱਜ ਮੁਕਤਸਰ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਮੈਨੂੰ ਆਪ ਟੈਲੀਫੋਨ ਆਏ ਨੇ ਕਿ ਬਾਈ ਸਾਹਿਬ 5500 ਰੁਪਈਆ ਪਰ ਕੁਇੰਟਲ ਨਰਮੇ ਦਾ ਰੇਟ ਹੈ, ਅੱਜ ਮਾਰਕੀਟ ਦਾ ਰੇਟ 4500 ਰੁਪਈਆ ਜੀ। ਤੋ ਇਸ ਤਰ੍ਹਾਂ ਹੀ ਸੋ ਮੈਂ ਹੁਣ ਛੋਟੀ ਮੱਕੀ ਦਾ ਵੀ ਇਹ 1850 1850 ਤੋਂ ਮਿਲਦਾ ਮੇਰਾ ਖਿਆਲ 1000 1100 1200 ਰੁਪਏ 800 ਜੀ 800 900। ਸੋ ਗੱਲ ਹੁਣ ਇਹਦੇ ਵਿੱਚ ਹੋਈ ਕੀ ਕਿ ਜਿੰਨਾ ਚਿਰ ਤੇ ਮਨਮੋਹਨ ਸਿੰਘ ਦੀ ਗਵਰਨਮੈਂਟ ਰਹੀ ਹੈ ਉਹਨਾਂ ਤੇ ਵੀ ਇਹ ਬਾਬੂ ਪ੍ਰੈਸ਼ਰ ਪਾਉਂਦੇ ਸੀ ਕਿ ਜੀ ਇੱਕੋ ਤਰੀਕਾ ਹੈ, ਫੂਡ ਕਾਰਪੋਰੇਸ਼ਨ ਨੂੰ ਪੈ ਰਿਹਾ ਘਾਟਾ 35000 ਤੋਂ 40000 ਕਰੋੜ ਰੁਪਈਆ ਸਾਲਾਨਾ ਜੀ। ਉਹ ਘਾਟਾ ਕਿਹੜੀ ਗੱਲ ਦਾ? ਮੇਰਾ ਖਿਆਲ ਹਿੰਦੁਸਤਾਨ ਦੇ ਵਿੱਚ ਜੇ ਸਾਰਿਆਂ ਨੂੰ ਵੱਧ ਔਨ ਮੈਂ ਕੈਮਰਾ ਕਹਿਣ ਨੂੰ ਤਿਆਰ ਹਾਂ, ਜੇ ਕਰਪਟ ਆਰਗੇਨਾਈਜੇਸ਼ਨ ਹੈ ਉਹ ਜਿਸ ਤਰ੍ਹਾਂ ਸਿਉਂਕ ਲੱਗੀ ਹੁੰਦੀ, ਚੰਗੇ ਭਲੇ ਲੱਕੜ ਨੂੰ ਸਿਉਂਕ ਲੱਗ ਜਾਏ ਤੇ ਜਿੰਨੀ ਮਰਜ਼ੀ ਅੱਛੀ ਕੁਆਲਿਟੀ ਦੀ ਦਿਓਦਾਰ ਵੀ ਲੱਕੜ ਹੋਏਗੀ ਤੇ ਉਹਨੂੰ ਖਾ ਜਾਏਗੀ ਵਿੱਚੋਂ ਹੀ। ਬਿਲਕੁਲ ਸਹੀ। ਹੁਣ ਗੋਦਾਮਾਂ ਵਿੱਚ ਅਸੀਂ ਤੇ ਜ਼ਿਮੀਂਦਾਰਾਂ ਦੇ ਮੁੰਡੇ ਆ, ਜ਼ਿਮੀਂਦਾਰਾਂ ਕਰਨੇ ਆ, ਸਾਨੂੰ ਪਤਾ ਸਾਡੇ ਗੋਦਾਮਾਂ ਦੇ ਵਿੱਚ ਜੋ ਚੰਗੀ ਕਣਕ ਆ ਕੇ ਲੱਗਦੀ ਜਾਂ ਚਾਵਲ ਲੱਗਦੇ ਨੇ, FCI ਦੇ ਜਿਹੜੇ ਮੁਲਾਜ਼ਮ ਨੇ ਇਹ ਉਹਨਾਂ ਵਪਾਰੀਆਂ ਨਾਲ ਜਿੰਨੀ ਉਹ ਸੁੰਡੀ ਲੱਗੀ ਉੱਥੇ ਕਣਕ ਉਹ ਲਿਆ ਕੇ ਬੋਰੇ ਬਦਲਾ ਕੇ ਤੇ ਨਵੀਂ ਕਣਕ ਉਹਨਾਂ ਨੂੰ ਚੁਕਵਾ ਦਿੰਦੇ, ਪੈਸੇ ਖਾ ਜਾਂਦੇ ਵਿੱਚੋਂ। ਹੁਣ ਇਹ ਵੇਖੋ ਕਰੋਨਿਕ ਬਿਮਾਰੀ ਹੈ ਮਿਸਮੈਨੇਜਮੈਂਟ ਆਫ FCI। ਬਟ ਇਹਦੇ ਵਿੱਚ ਹੁਣ ਕਰਨਾ ਕੀ ਚਾਹੁੰਦੇ ਨੇ? ਸਜ਼ਾ ਦੇਣਾ ਚਾਹੁੰਦੇ ਨੇ ਕਿਸਾਨ ਵੀਰਾਂ ਨੂੰ। ਤੋ ਇਹ ਕਹਿੰਦੇ ਸੀ ਇਹ ਬੰਦ ਕਰ ਦਿਓ, ਜੇ ਬੰਦ ਹੋ ਜਾਏਗੀ। ਹੁਣ 4 ਲੱਖ ਕਰੋੜ ਰੁਪਈਆ ਪਿਛਲੇ 56 ਸਾਲ ਜਿੱਦਾਂ ਦੀ MSP ਸ਼ੁਰੂ ਹੋਈ ਹੈ, ਕੁਮੂਲੇਟਿਵ ਲਾਸਸ ਸਮਝੋ ਟੋਟਲ ਘਾਟਾ ਜਿਹੜਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਹੁਣ 4 ਲੱਖ ਕਰੋੜ ਤੱਕ ਪਹੁੰਚ ਗਿਆ ਜੀ। ਹੁਣ BJP ਬੇਸਿਕ ਮੋਟੀ ਗੱਲ ਜਟਕੀ ਗੱਲ ਤੁਹਾਨੂੰ ਮੈਂ ਸਮਝਾਉਣਾ ਚਾਹੁੰਦਾ, ਭਾਜਪਾ ਦੀ ਸਰਕਾਰ ਦੀ ਕੋਸ਼ਿਸ਼ ਇਹ ਸੀ ਕਿ ਅਸੀਂ ਇਹ ਗੱਲ ਕਹੀਏ ਕਿ MSP ਪਹਿਲੇ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਰਹੇਗੀ। ਤੇ ਜੇ ਫੂਡ ਕਾਰਪੋਰੇਸ਼ਨ ਹੀ ਬੰਦ ਹੋ ਗਈ ਤੇ MSP ਇਕੱਲੀ ਕੀ ਕਰੇਗੀ? ਤੁਹਾਨੂੰ ਮੈਂ ਦੱਸਿਆ ਜੇ ਝੋਨਾ ਕਣਕ ਅੱਜ ਬੰਦ ਕਰ ਲਓ ਖਰੀਦ ਕਰਨਾ ਤੇ ਬਾਕੀ ਆਈਟਮਾਂ ਤੇ ਵੀ ਹੈ। ਇਹ ਬੇਸਿਕਲੀ ਇਹਨਾਂ ਦੀ ਕੋਸ਼ਿਸ਼ ਇਹ ਸੀ ਕਿ ਪ੍ਰਾਈਵੇਟ ਵਪਾਰੀ ਲੈ ਕੇ ਆਵਾਂਗੇ, ਵੱਡੇ ਮਲਟੀਨੈਸ਼ਨਲਸ ਆ ਜਾਣਗੇ। ਇਹਨਾਂ ਤੇ ਪ੍ਰੈਸ਼ਰ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜਾ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਜਿਹੜਾ ਕਹਿੰਦੇ ਜੀ, ਅਮਰੀਕਨ ਗਵਰਨਮੈਂਟ ਦਾ, ਆਸਟ੍ਰੇਲੀਅਨ ਗਵਰਨਮੈਂਟਸ ਦਾ, ਕਿਉਂਕਿ ਚੀਨ ਤੋਂ ਬਾਅਦ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਮਾਰਕੀਟ 130 ਕਰੋੜ ਜਿਹਦੀ ਪੋਪੂਲੇਸ਼ਨ ਹੈ ਉਹ ਹਿੰਦੁਸਤਾਨ ਹੈ। ਇਹ ਚਾਹੁੰਦੇ ਸੀ ਇਹ ਜਿਹੜੇ ਆਲਰੇਡੀ ਟੈਰਿਫਸ ਲੱਗੇ ਨੇ ਜਿਸ ਕਾਰਨ ਬਾਹਰਲੇ ਆ ਨਹੀਂ ਸਕਦੇ ਇੱਥੇ ਆਪਣਾ ਮਾਲ ਸੁੱਟਣ ਵਾਸਤੇ, ਉਹ ਹਟਾਓ। ਇਹ ਵੀ ਇਹਨਾਂ ਦੀ ਕੋਸ਼ਿਸ਼ ਹੈ ਕਿ ਖੋਲ ਦਿੱਤਾ ਜਾਏ। ਇੱਥੇ ਭਾਈ ਸਾਹਿਬ ਮੈਂ ਤੁਹਾਨੂੰ ਥੋੜਾ ਜਿਹਾ ਰੋਕ ਕੇ ਨਾ 2-4 ਗੱਲਾਂ ਹੋਰ ਕਲੀਅਰ ਕਰਨੀਆਂ ਚਾਹੁੰਦਾ। ਇੱਕ ਤੇ ਜਦੋਂ ਤੁਸੀਂ ਦੱਸਿਆ ਕਿ ਪਵਾਰ ਸਾਹਿਬ ਦੇ ਟਾਈਮ ਤੋਂ ਕਹਿ ਰਹੇ ਸੀ ਕਿ ਯਾਰ ਕੁਝ ਬਦਲ ਲਾਓ, ਇਹ ਬੰਦ ਹੋ ਜਾਣਾ ਜੀ ਕੰਮ। ਦੂਜੀ ਗੱਲ WTO ਦਾ ਸਮਝੌਤਾ, ਜੇ ਮੈਂ ਗਲਤ ਨਹੀਂ ਤੇ ਸ਼ਾਇਦ ਨਰਸਿਮਹਾ ਰਾਓ ਜੀ ਦੀ ਸਰਕਾਰ ਸੀ ਜਦੋਂ ਇਹ ਹੋਇਆ, ਉਹ ਤਾਂ ਕਾਂਗਰਸ ਦੇ ਨਾਮ ਲੱਗਦਾ। ਉਸ ਤੋਂ ਬਾਅਦ 10 ਸਾਲ ਸਰਦਾਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਵੀ ਰਹੀ। ਜਦੋਂ ਤੁਸੀਂ ਪਵਾਰ ਸਾਹਿਬ ਦੀ ਗੱਲ ਕਰਦੇ ਹੋ, ਤੁਸੀਂ ਖੁਦ ਵੀ ਸਰਕਾਰ 'ਚ ਰਹੇ, ਇਹਦਾ ਮਤਲਬ ਇਹ ਬੜੇ ਸਾਲਾਂ ਤੋਂ ਜੇ ਪੋਲੀਟੀਕਲ ਪਾਰਟੀਆਂ ਸਾਰੀਆਂ ਦੀ ਮੈਂ ਗੱਲ ਕਰਦਾ ਪਤਾ ਸੀ, ਤਾਂ ਫਿਰ ਉਦੋਂ ਤੋਂ ਹੀ ਪੰਜਾਬ ਨੂੰ, ਜੇ ਆਪਾਂ ਜਦੋਂ ਲੋੜ ਸੀ ਦੇਸ਼ ਨੂੰ ਉਦੋਂ ਪੰਜਾਬ ਨੂੰ ਅੱਗੇ ਲਾ ਲਿਆ, ਜਦੋਂ ਜਾਪਦਾ ਸੀ ਵੀ ਆਉਣ ਵਾਲੇ ਸਮੇਂ 'ਚ ਲੋੜ ਨਹੀਂ ਰਹਿਣੀ, ਤਾਂ ਫਿਰ ਪੰਜਾਬ ਨੂੰ ਹੌਲੀ ਹੌਲੀ ਉਦੋਂ ਤੋਰ ਨਹੀਂ ਲੈਣਾ ਚਾਹੀਦਾ ਸੀ ਤੁਹਾਡੇ ਹਿਸਾਬ ਨਾਲ ਇਸ ਪਾਸੇ ਵੀ ਯਾਰ ਜੇ ਅਸੀਂ ਆ ਤਬਦੀਲੀ ਕਰਨੀ ਆ ਤੇ ਠਾਹ ਸੋਟਾ ਨਹੀਂ ਮਾਰਾਂਗੇ, ਆਪਾਂ ਹੌਲੀ ਹੌਲੀ ਕਰ ਲਈਏ। ਤੁਹਾਨੂੰ ਲੱਗਦਾ ਨਹੀਂ ਵੀ ਇਹ ਗਲਤੀ ਰਹੀ? ਨਹੀਂ ਸਿੱਧੂਵਾਲੇ ਸਾਹਿਬ, ਮੈਂ 100% ਐਗਰੀ ਕਰ ਰਿਹਾ। ਮੈਂ ਤੁਹਾਨੂੰ ਹੁਣ ਦੂਜੇ ਪਾਸੇ ਦੱਸ, ਹੁਣ ਮਾਲਵਾ ਜਿਹੜਾ ਕਪਾਹ ਨਰਮਾ ਬੀਜਦਾ ਜੀ, ਤੁਸੀਂ ਵੇਖ ਹੀ ਰਹੇ ਹੋ ਨਰਮੇ ਦੀ ਪੋਜੀਸ਼ਨ ਕੀ ਹੈ ਜੀ। ਕਈ ਵਾਰ ਚੰਗੀ ਫਸਲ ਹੋ ਜਾਂਦੀ, ਕਈ ਵਾਰ ਸੁੰਡੀ ਬਹੁਤ ਉਹਨੂੰ ਪੈ ਜਾਂਦੀ ਹੈ ਤੇ ਉਹਦੀ ਰੇਟ ਪੂਰਾ ਨਹੀਂ ਮਿਲ ਪਾਉਂਦਾ ਨਰਮੇ ਦਾ। ਇਸ ਤਰ੍ਹਾਂ ਹੀ ਸਾਡਾ ਜਿਹੜਾ ਹੁਸ਼ਿਆਰਪੁਰ ਹੈ, ਗੁਰਦਾਸਪੁਰ ਹੈ, ਇਹ ਸਾਰੀ ਬੈਲਟ ਦੇ ਵਿੱਚ ਵੱਡੇ ਪੈਮਾਨੇ 'ਤੇ ਗੰਨਾ ਸ਼ੁਰੂ ਹੋ ਗਿਆ ਜੀ। ਇਹ ਡਾਇਵਰਸੀਫਿਕੇਸ਼ਨ ਸੀ ਨਾ, ਗਵਰਨਮੈਂਟ ਆਲਸੋ ਟਰਾਈਡ ਕੇ ਡਿਵਰਸੀਫਾਈ ਕੀਤਾ ਜੇ। ਬਟ ਇੱਥੇ ਹੁਣ ਪ੍ਰਾਈਵੇਟ ਬਿੱਲਾਂ ਨੇ 2-2 ਸਾਲ ਗੰਨੇ ਦੀ ਜਿਹੜੀ ਪੈਦਾਵਾਰ ਹੈ ਜ਼ਿਮੀਂਦਾਰ ਗਰੀਬਾਂ ਨੇ ਸੁੱਟੀ ਹੈ, 2-2 4-4 ਕਿੱਲੇ ਵਾਲਿਆਂ ਨੂੰ, ਉਹਨਾਂ ਨੂੰ ਪੇਮੈਂਟ ਕੋਈ ਨਹੀਂ ਕਰਦਾ ਜੀ। ਆਲਟਰਨੇਟਿਵ ਕ੍ਰੋਪਿੰਗ ਜਿਸ ਤਰ੍ਹਾਂ ਤੁਸੀਂ ਵੇਖੋ ਇੱਥੇ ਭੋਗਪੁਰ ਦੇ ਵਿੱਚ ਹੀ ਪੈਪਸੀਕੋ ਵਾਲਿਆਂ ਨੇ ਟੋਮੈਟੋ ਪੇਸਟ, ਟਮਾਟਰ ਤੋਂ ਪੇਸਟ ਬਣਾਉਣ ਦੀ ਫੈਕਟਰੀ ਲਾਈ ਸੀ, ਨਹੀਂ ਚੱਲ ਸਕੀ ਜੀ। ਇਸ ਤਰ੍ਹਾਂ ਹੀ ਕੀਨੂ ਦਾ ਜੂਸ ਕੱਢਣ ਵਾਸਤੇ ਵੋਲਟਾਜ਼ ਨੇ ਅਬੋਰ ਵਿੱਚ ਫੈਕਟਰੀ ਲਾਈ ਸੀ, ਨਹੀਂ ਚੱਲ ਸਕੀ। ਆਲੂਆਂ ਦਾ ਹਾਲ ਪਿੱਛੇ ਦੁਆਬੇ 'ਚ ਕੀ ਹੋ ਰਿਹਾ, ਮੇਰਾ ਖਿਆਲ 5-6 ਸਾਲ ਹੋ ਗਏ ਨੇ,
ਕਈ ਤੇ ਵਿਚਾਰੇ ਆਲੂਆਂ ਦੇ ਜਿਹੜੇ ਜ਼ਿਮੀਂਦਾਰ ਭਰਾ ਨੇ ਸਾਡੇ ਆਪਣੇ ਕਿਸਾਨ ਵੀਰ, ਉਹ ਮੈਨੂੰ ਦੱਸਦੇ ਸਾਡੇ ਨਾਲ ਵੀ ਤਲਕ ਰੱਖਦੇ ਕਈ ਕਿ ਬਾਜਵਾ ਸਾਹਿਬ ਸਾਡੇ ਕੋਲ ਤਾਂ ਕਿਰਾਇਆ ਜਿਹੜਾ ਅਸੀਂ ਇਹਦਾ ਸਟੋਰ ਦਾ ਕਿਰਾਇਆ ਹੈ ਸਾਡੇ ਕੋਲ ਤਾਂ ਉਹ ਨਹੀਂ ਨਿਕਲ ਪਾ ਰਿਹਾ ਜੀ। ਸੋ ਗੱਲ ਇਹ ਹੈ ਕਿ ਕੱਲਾ ਗਵਰਨਮੈਂਟ ਕਿਉਂਕਿ ਪਰਚੇਜ਼ ਕਰਦੀ ਸੀ ਤਾਂ ਹੀ ਜ਼ਿਮੀਂਦਾਰ ਛੱਡਣ ਨੂੰ ਤਿਆਰ ਨਹੀਂ ਸੀ। ਆਲਟਰਨੇਟਿਵ ਵੇਖੋ, ਆਲਟਰਨੇਟਿਵ ਕ੍ਰੌਪ ਤੇ ਗਵਰਨਮੈਂਟ ਨੇ ਕਈ ਕੱਢਿਆ, ਦਾਲਾਂ ਕਹਿੰਦੇ ਕੱਢੋ ਜੀ, ਪਰ ਦਾਲਾਂ ਦੇ ਝਾੜ ਮੁਤਾਬਕ ਰੇਟ ਘੱਟ ਮਿਲਦਾ। ਆਮਦਨ ਜਿਸ ਤਰ੍ਹਾਂ ਝੋਨੇ 'ਚੋਂ ਪੱਕੀ 60,000 ਕਰੋੜ ਰੁਪਈਆ ਪੰਜਾਬ ਦੀ ਮਾਰਕੀਟ ਦੇ ਵਿੱਚ 35,000 ਕਰੋੜ ਆਉਂਦਾ ਝੋਨੇ ਦਾ ਤੇ 25,000 ਕਰੋੜ ਆਉਂਦਾ ਸਾਨੂੰ ਕਣਕ ਦਾ। ਤੂੰ ਇਸ ਗੱਲ ਕਾਰਨ ਜ਼ਿਮੀਂਦਾਰ ਛੱਡ ਕੇ ਰਾਜ਼ੀ ਨਹੀਂ। ਜ਼ਿਮੀਂਦਾਰ ਕਹਿੰਦਾ ਮੈਨੂੰ ਪੱਕਾ ਹੀ ਕੋਈ ਕ੍ਰੌਪ ਦਿਓ, ਉਹ ਗਵਰਨਮੈਂਟਾਂ ਦੇ ਨਹੀਂ ਪਾ ਰਹੀਆਂ। ਇਹ ਫਿਕਸ ਹੋ ਗਿਆ। ਤਾਂ ਗਵਰਨਮੈਂਟ ਐਤਕੀ ਬੀਜੇਪੀ ਵਾਲੇ ਇਸ ਗੱਲ ਦੇ ਵਿੱਚ ਆ ਗਈ ਕਿ ਕਰੋ ਇਹਨੂੰ, FCI ਨੂੰ ਬੰਦ ਕਹਿ ਨਹੀਂ ਰਹੇ, ਬਟ ਬੇਸਿਕ ਪਲਾਨ ਇਹ ਹੀ ਹੈ ਕਿ ਆਹਿਸਤਾ ਆਹਿਸਤਾ 2-3 ਸਾਲਾਂ 'ਚ ਅਸੀਂ ਖਰੀਦ 'ਚੋਂ ਬਾਹਰ ਨਿਕਲ ਆਵਾਂਗੇ, ਪ੍ਰਾਈਵੇਟ ਅਦਾਰੇ ਆ ਜਾਣਗੇ। ਹੁਣ ਪ੍ਰਾਈਵੇਟ ਅਦਾਰਿਆਂ ਦਾ ਕੀ ਹੈ, ਇਸ ਟਾਈਮ ਕਣਕ ਦਾ ਇੰਟਰਨੈਸ਼ਨਲ ਰੇਟ 1500-1600 ਰੁਪਇਆ ਕੁਇੰਟਲ ਹੈ ਜੀ, ਤੇ ਜਿੱਦਣ ਪ੍ਰਾਈਵੇਟ ਅਦਾਰੇ ਆ ਜਾਣਗੇ 2000 ਅਸੀਂ ਜ਼ਿਮੀਂਦਾਰ ਨੂੰ ਦੇ ਰਹੇ ਹਾਂ, ਆਪਣੇ ਕਿਸਾਨ ਨੂੰ ਦੇ ਰਹੇ ਹਾਂ, ਤੇ ਫਿਰ ਉਹ ਰੇਟ ਤੇ 1500-1600 ਤੇ ਟਿਕ ਜਾਏਗਾ ਆ ਕੇ। ਉਸ ਤੋਂ ਵੱਧ ਕਿਸੇ ਨੇ ਨਹੀਂ ਜੀ ਦੇਣਾ। ਜੀ ਜੀ ਜੀ। ਅੱਛਾ, ਫਿਰ ਜਦੋਂ ਕੰਪਲੀਟ ਮਾਰਕੀਟ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਵੀ ਕਿਹਾ, ਤੇ ਮੈਂ ਵੀ ਦੱਸਣਾ ਚਾਹੁੰਦਾ, ਜੀਓ ਟੈਲੀਫੋਨ ਏਅਰਲਾਈਨਸ ਵਾਲਿਆਂ ਦਾ, ਅੰਬਾਨੀਆਂ ਦਾ, ਮੁਕੇਸ਼ ਅੰਬਾਨੀ ਦਾ ਫੋਨ ਹੈ। ਪਹਿਲੇ 300 ਰੁਪਈਆ ਸੀ ਕਿ ਜਿੰਨੀ ਮਰਜ਼ੀ ਇਸਤੇਮਾਲ ਕਰ ਲਓ ਜੀ, ਇਹਦਾ ਤੁਸੀਂ ਡਾਟਾ ਵੀ ਇਸਤੇਮਾਲ ਕਰ ਲਓ, ਇਹਦਾ ਫੋਨ ਵੀ ਇਸਤੇਮਾਲ, 300 ਰੁਪਈਆ ਮਹੀਨਾ। ਹੁਣ ਜਿਉਂ-ਜਿਉਂ ਏਅਰਟੈਲ ਦਾ ਕੰਮ ਮੁੱਕ ਗਿਆ, ਵੋਡਾਫੋਨ ਮਾਰਕੀਟ 'ਚੋਂ ਬਾਹਰ ਨਿਕਲ ਗਿਆ, ਹੋਰ ਬਹੁਤ ਸਾਰੇ ਛੋਟੇ ਪਲੇਅਰ ਬਾਹਰ ਨਿਕਲ ਗਏ, ਉਹੀ 300 ਦਾ ਬਿੱਲ ਹੁਣ 1200 ਹੋ ਗਿਆ। ਜਿੱਦਣ ਏਅਰਟੈਲ ਵੀ ਮੁੱਕ ਜਾਏਗਾ ਫਿਰ 1500 ਹੋ ਜਾਏਗਾ। ਆਪਾਂ ਬਾਜਵਾ ਸਾਹਿਬ ਦੁਬਾਰਾ ਫਿਰ ਘੁੰਮ ਕੇ ਖੇਤੀ ਤੇ ਆਈਏ। ਹੁਣ ਜਦੋਂ ਤੁਸੀਂ ਮੈਨੂੰ ਸਮਝਾ ਰਹੇ ਹੋ ਵੀ ਇਹ ਗੱਲ ਤਾਂ ਕਲੀਅਰ ਹੋ ਗਈ, ਮੈਨੂੰ ਤੁਹਾਡੀਆਂ ਗੱਲਾਂ ਤੋਂ ਪਤਾ ਲੱਗ ਗਿਆ ਵੀ ਸਰਕਾਰਾਂ ਦੀ ਜਾਂ ਜਿਵੇਂ ਵੀ ਉੱਪਰ ਬੈਠੇ ਅਰਥ ਸ਼ਾਸਤਰੀਆਂ ਦੀ ਇਹ ਰਾਏ ਸੀ ਕਿ ਵੀ ਇਹਨੂੰ ਬਦਲਣਾ ਪੈਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਆ ਜਿਹੜੇ 3 ਬਿੱਲ ਆਏ ਨੇ, ਇਹਨਾਂ ਤੋਂ ਬਾਅਦ ਜਿਹੜੇ ਹੁਣ ਪਿੰਡਾਂ 'ਚ ਬੈਠੇ ਆਮ ਜ਼ਿਮੀਂਦਾਰ ਭਰਾ ਨੇ, ਉਹ ਤਾਂ ਜਾਂ ਤੁਹਾਡੇ ਵੱਲ ਦੇਖਦੇ ਆ ਜਾਂ ਕਹਿ ਲਓ ਕਿ ਵੀ ਸਰਕਾਰਾਂ ਵੱਲ ਦੇਖਦੇ, ਜਿਹੜੇ ਇਸ ਵਕਤ ਉੱਥੇ ਹਰੇ ਪੈਨ ਵਾਲੇ ਬੈਠੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਹੁਣ ਜੇ 3 ਕਾਨੂੰਨ ਬਣ ਗਏ ਤੇ ਫਿਰ ਸਾਡੇ ਪੰਜਾਬ ਵਾਲਿਆਂ ਦੇ ਸਿਰ 'ਚ ਕਿਹੜਾ ਥੋੜਾ ਵੱਜੂਗਾ ਜਿਹਦੇ ਲਈ ਉਹ ਤਿਆਰ ਰਹਿਣ। ਵੇਖੋ, ਥੋੜਾ ਤਾਂ ਤੁਹਾਨੂੰ ਦੱਸਿਆ ਹੀ ਹੈ ਜੀ ਕਿ ਜਿਹਦੇ ਵਾਸਤੇ ਇੱਕ ਇੱਕ ਕਰਕੇ ਮੈਂ ਚਾਹੁੰਦਾ ਤਿੰਨੋਂ ਬਿੱਲਾਂ ਨੂੰ ਅਲੱਗ-ਅਲੱਗ ਕਰ ਦਿਓ, ਕਿਉਂਕਿ 3 ਬਿੱਲ ਕਿਹਾ ਜਾਂਦਾ ਉਹ ਖੇਤੀ 'ਚ ਹੋਣਾ ਕੀ ਆ, ਪਰ ਮੈਨੂੰ ਇਹ ਕਿ ਤੁਸੀਂ ਉੱਥੇ ਰਹੇ ਹੋ, ਤੁਹਾਡੇ ਹੱਥਾਂ ਵਿੱਚ ਦੀ ਸਾਰਾ ਕੁਝ ਨਿਕਲਣ। ਇੱਕ ਬਿੱਲ ਇੱਕ ਤੇ ਹੈ ਅਸੈਂਸ਼ੀਅਲ ਕਮੋਡਿਟੀਜ਼ ਦਾ ਬਿੱਲ। ਉਹਦੇ 'ਚ ਇਹ ਹੈ ਕਿ ਪਹਿਲੇ ਸੀ ਕਿ ਕੋਈ ਬੰਦਾ ਇੰਨੀ ਮਕਦਾਰ ਤੋਂ ਵੱਧ ਚੀਜ਼ ਸਟੋਰ ਨਹੀਂ ਸੀ ਕਰ ਸਕਦਾ ਜੀ। ਉਹ ਜਿਹੜਾ ਰਾਮ ਬਿਲਾਸ ਪਾਸਵਾਨ ਦੀ ਮਿਨਿਸਟਰੀ ਦਾ ਬਿੱਲ ਹੈ, ਉਹਦੇ ਵਿੱਚ ਇਹ ਆ ਗਿਆ ਕਿ ਹੁਣ ਕੋਈ ਬੰਦਾ ਜਿੰਨੀ ਮਰਜ਼ੀ ਆਈਟਮ ਖਰੀਦ ਲੇ, ਫਰੂਟ ਜਿੰਨਾ ਮਰਜ਼ੀ ਲੈ ਲੇ, ਸਬਜ਼ੀਆਂ ਜਿੰਨੀਆਂ ਮਰਜ਼ੀ ਲੈ ਲੇ, ਕਣਕ ਜਿੰਨੀ ਮਰਜ਼ੀ ਲੈ ਲੇ, ਚੀਨੀ ਜਿੰਨੀ ਮਰਜ਼ੀ ਲੈ ਲੇ, ਸਟੋਰ ਕਰ ਲੇ, ਉਹਦੇ ਤੇ ਹਾਇਰ ਲਿਮਿਟ ਕੋਈ ਨਹੀਂ ਹੋਏਗੀ। ਹੁਣ ਉਹਦੇ ਤੇ ਕੀ ਹੋਏਗਾ ਕਿ ਸਕੈਸਿਟੀ, ਪਹਿਲੇ ਵੇਖੋ ਅੱਗੇ ਹੋ ਸਕਦਾ 1 ਲੱਖ ਟਰੇਡਰ ਹੋਏ ਜੀ, 1 ਲੱਖ ਟਰੇਡਰ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਡਿਫਿਕਲਟ ਹੈ। ਜੇ 5-7 ਮੋਟੀਆਂ ਪਾਰਟੀਆਂ ਆ ਗਈਆਂ, ਇੰਟਰਨੈਸ਼ਨਲ ਵੀ, ਅਮਰੀਕਨਸ ਵੀ, ਮਲਟੀਨੈਸ਼ਨਲਸ ਵੀ ਤੇ ਹਿੰਦੁਸਤਾਨ ਦੀਆਂ ਵੀ, ਜਿਸ ਤਰ੍ਹਾਂ ਅੰਬਾਨੀ ਨੇ, ਅਡਾਨੀ ਨੇ, ਕਿਉਂਕਿ ਐਗਰੀ ਬਿਜ਼ਨਸ ਦੇ ਵਿੱਚ ਹੁਣ ਇੰਟਰਸਟ ਹੈ ਰਿਲਾਇੰਸ ਵਾਲਿਆਂ ਦਾ ਵੀ ਤੇ ਅਡਾਨੀਆਂ ਦੇ। ਅਡਾਨੀ ਤਾਂ ਆਲਰੇਡੀ ਮੋਗੇ 'ਚ ਵੱਡੇ ਪੈਮਾਨੇ ਤੇ ਆ ਚੁੱਕੇ ਨੇ। ਹੁਣ ਜੇ 4-5 ਪਲੇਅਰ ਆ ਗਏ, ਇਹ ਇੱਕ ਵਾਰ ਸਾਰਾ ਆਪਣੇ ਕੋ ਫਸਲ ਖਰੀਦ ਲੈਣਗੇ, ਆਪਣੇ ਸਟੋਰਾਂ ਵਿੱਚ ਜਮ੍ਹਾਂ ਕਰ ਲੈਣਗੇ, ਫਿਰ ਸਕੈਸਿਟੀ ਪੈਦਾ ਕਰਨਗੇ। ਇਹ ਤੁਹਾਨੂੰ ਪਤਾ, ਕੀਮਤ ਹਮੇਸ਼ਾ ਡਿਮਾਂਡ ਮੁਤਾਬਕ ਹੁੰਦੀ ਹੈ। ਜਦੋਂ ਡਿਮਾਂਡ ਵਧੇਗੀ ਕੀਮਤ ਵੱਧ ਜਾਏਗੀ, ਜੋ ਡਿਮਾਂਡ ਘਟਦੀ ਹੈ ਕੀਮਤ ਡਿੱਗ ਪੈਂਦੀ ਹੈ। ਸੋ ਇਸ ਗੱਲ ਕਾਰਨ ਇੱਕ ਤੇ ਇਹਨਾਂ ਨੇ ਇਹ ਰਸਤਾ ਖੋਲ੍ਹਤਾ ਜੀ। ਪਹਿਲੇ ਗਵਰਨਮੈਂਟਸ ਅਲਾਓ ਨਹੀਂ ਸੀ ਕਰਦੀਆਂ, ਪਹਿਲੇ ਗਵਰਨਮੈਂਟਸ ਦੀ ਪਾਬੰਦੀ ਸੀ ਕਿ ਇਸ ਤੋਂ ਵੱਧ ਨਹੀਂ ਅਸੀਂ ਮਾਲ ਕਿਸੇ ਨੂੰ ਸਟੋਰ ਕਰਨ ਦੇਣਾ। ਦੂਜਾ ਫਿਰ ਆ ਗਿਆ ਜਿਹੜਾ ਇਹਨਾਂ ਦਾ ਇਹਨੇ ਬਿਜ਼ਨਸ, ਇਹਨਾਂ ਨੇ ਅੱਜ ਜਿਸ ਤਰ੍ਹਾਂ ਇਹ ਹੁਣ MSP ਦਾ ਸੀ, MSP ਵਾਲਾ ਕਹਿ ਰਹੇ ਨੇ, ਬਟ ਬੇਸਿਕਲੀ ਤੁਹਾਨੂੰ ਮੈਂ ਦੱਸ ਦਿੱਤਾ ਜਿਹੜੀ ਫੂਡ ਕਾਰਪੋਰੇਸ਼ਨ ਇਹਨੂੰ ਬੰਦ ਕਰਨ ਦਾ ਪ੍ਰੋਗਰਾਮ। ਦੂਜਾ ਇਹਨਾਂ ਨੇ ਕਹਿ ਦਿੱਤਾ ਇਹਦੇ ਵਿੱਚ ਕਿ ਵਪਾਰੀ ਜਿਹੜਾ ਉਹਦੇ ਕੋਲ ਪੈਨ ਕਾਰਡ ਹੋਣਾ ਚਾਹੀਦਾ, ਉਹ ਜਿੱਥੇ ਮਰਜ਼ੀ ਪੰਜਾਬ 'ਚ, ਹਰਿਆਣੇ 'ਚ, ਦੇਸ਼ ਦੇ ਵਿੱਚ ਕਿਤੇ ਵੀ ਮੰਡੀ ਪ੍ਰਾਈਵੇਟ ਖੋਲ੍ਹ ਸਕਦਾ। ਭਾਵੇਂ ਪੰਜਾਬ 'ਚ ਆ ਗਿਆ, ਭਾਵੇਂ ਜ਼ਿਮੀਂਦਾਰ ਦੇ ਘਰੋਂ ਲੈ ਜੇ ਜੀ, ਭਾਵੇਂ ਕਿਤੇ ਵੀ ਲੈ ਜੇ। ਉਹਦੇ ਉੱਤੇ ਜਿਹੜਾ ਪੰਜਾਬ ਗਵਰਨਮੈਂਟ ਨੂੰ, ਮੈਂ ਪੰਜਾਬ ਦਾ ਉਦਾਹਰਨ ਦੇਣ ਲੱਗਾ, ਬਾਕੀ ਸਰਕਾਰਾਂ ਦਾ ਵੀ, ਪੰਜਾਬ ਦੇ ਵਿੱਚ 6% ਟੈਕਸ ਅਸੀਂ ਲਾਉਂਦੇ, ਹਰਿਆਣਾ 4% ਲਾਉਂਦਾ, 3% ਮੰਡੀ ਫੀਸ ਹੈ ਜਿਹੜੀ ਮੰਡੀ ਮਾਰਕੀਟ ਆ ਜਾਂਦੀ ਹੈ, ਮੰਡੀਕਰਨ ਬੋਰਡ ਨੂੰ ਜਾਂਦੀ, 3% ਰੂਰਲ ਡਿਵੈਲਪਮੈਂਟ ਫੰਡ, ਜਿਹੜੇ ਸੰਗਤ ਦਰਸ਼ਨ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਮਸ਼ਹੂਰ ਹੁੰਦੇ ਸੀ ਕਿ ਜਾਂਦੇ ਨੇ ਲੱਖਾਂ ਕਰੋੜਾਂ ਰੁਪਈਏ ਵੰਡਦੇ ਨੇ, ਉਹ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੁੰਦਾ ਸੀ ਜਿਹੜਾ ਵੰਡਿਆ ਜਾਂਦਾ ਸੀ ਪਿੰਡਾਂ ਦੇ ਵਿੱਚ ਜੀ। 2.5% ਇਹਦੇ ਵਿੱਚ ਸਾਡਾ 32,000 ਆੜਤੀ ਹੈ,
ਉਹਨਾਂ ਨੂੰ ਵੱਖਰਾ ਜਿਹੜੀ ਪਰਚੇਜ਼ ਕਰਨੇ ਅਸੀਂ ਝੋਨੇ ਤੇ ਕਣਕ ਦੀ ਗਵਰਨਮੈਂਟ ਆਫ ਇੰਡੀਆ ਵਾਸਤੇ ਪੰਜਾਬ ਨੂੰ 4000 ਕਰੋੜ ਰੁਪਈਆ ਆਉਂਦਾ। ਜੀ 60,000 ਕਰੋੜ ਤੇ ਮੋਟਾ ਲਾਓ, ਜੇ 6% ਆਪਾਂ ਸੂਦ ਲਾਈਏ ਤੇ 3600 ਕਰੋੜ ਰੁਪਈਆ ਬਣਿਆ। ਜੀ ਤੁਸੀਂ ਸਮਝ ਗਏ ਨਾ, 60,000 35,000 ਕਰੋੜ ਆ ਗਿਆ ਝੋਨੇ ਦਾ ਤੇ 25,000 ਆ ਗਿਆ ਕਣਕ ਦਾ। ਟੋਟਲ ਪੰਜਾਬ ਦੇ ਵਿੱਚ ਸੈਂਟਰ ਦਾ ਪੈਸਾ ਆਇਆ 60,000 ਕਰੋੜ। 6% ਸਾਨੂੰ ਮਿਲਦਾ, ਉਹਦੇ ਨਾਲ ਮਤਲਬ ਹੁੰਦਾ 3600 ਤੋਂ 4000 ਕਰੋੜ ਰੁਪਈਆ ਸਾਨੂੰ ਆਉਂਦਾ ਸੈਸ ਦਾ ਪੈਸਾ। ਜੀ ਉਹ ਸੈਸ ਦੇ ਪੈਸੇ ਨਾਲ 75,000 ਕਿਲੋਮੀਟਰ ਸਾਡੀ ਪੇਂਡੂ ਸੜਕਾਂ ਨੇ, ਜਿਨ੍ਹਾਂ ਦੀ 6ਵੇਂ ਸਾਲ ਅਸੀਂ ਰਿਪੇਅਰ ਕਰਨੇ ਆ, ਜਾਂ ਉਹਨੂੰ ਬਲੈਕ ਟੌਪ ਕਹੀਦਾ ਜਦੋਂ ਅਸੀਂ ਉਹਦੇ ਤੇ ਲੁੱਕ ਪਵਾਈ ਦੀ 6ਵੇਂ ਸਾਲ, ਉਹਦੇ ਥਰੂ ਕਰੀ ਦੀਆਂ। ਆਪਣੀਆਂ ਸਾਰੀਆਂ ਪੁਰਾਣੀਆਂ ਮੰਡੀਆਂ ਦੀ ਦੇਖ ਰੇਖ, ਨਵੀਆਂ ਮੰਡੀਆਂ ਬਣਨੀਆਂ ਉਸ ਪੈਸੇ 'ਚੋਂ ਬਣਨੀਆਂ, ਪਿੰਡਾਂ ਵਿੱਚ ਕੋਈ ਸਟੇਡੀਅਮ ਬਣਨੇ ਨੇ, ਪਿੰਡਾਂ ਵਿੱਚ ਗਲੀਆਂ ਨਾਲੀਆਂ ਬਣਨੀਆਂ ਨੇ, ਪਿੰਡਾਂ ਦਾ ਕੋਈ ਕੰਮ ਹੋਣਾ, ਇਹ ਉਸ ਪੈਸੇ 'ਚੋਂ ਨਿਕਲਦਾ। ਜੀ ਹੁਣ ਇਹਨਾਂ ਕਹਿਤਾ ਕਿ ਟਰੇਡਰ ਆ ਸਕਦਾ, ਉਹ ਕੋਈ ਸੈਸ ਨਹੀਂ ਦੇਗਾ ਗਵਰਨਮੈਂਟ ਆਫ ਪੰਜਾਬ ਨੂੰ। ਇੱਕ ਬੜਾ ਇੱਕ ਤੁਸੀਂ ਸਮਝਦੇ ਹੋ ਕਿ ਪੰਜਾਬ ਦੀ ਤੇ ਹਰਿਆਣੇ ਦੀ ਇਕਨੋਮੀ ਨੂੰ ਬਿਲਕੁਲ ਹੀ ਬਿਠਾਉਣ ਵਾਲਾ ਕੰਮ। ਜੀ ਕਿਉਂਕਿ ਮੈਂ ਵੇਖੋ ਬੋਲਦੇ ਇਹ ਗੱਲ ਕਹੀ ਸੀ ਤੋਮਰ ਸਾਹਿਬ ਨੂੰ, ਐਗਰੀਕਲਚਰ ਮੰਤਰੀ ਸਾਹਿਬ ਨੂੰ, ਕਿ ਮੈਨੂੰ ਤੋਮਰ ਸਾਹਿਬ ਇਸ ਗੱਲ ਦਾ ਜਵਾਬ ਦਿਓ, ਤੁਹਾਡੇ ਆਪਣੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਮੋਦੀ ਸਾਹਿਬ, ਇਹ ਪਹਿਲੇ ਚੀਫ ਮਿਨਿਸਟਰ ਹੁੰਦੇ ਸੀ ਜੀ ਗੁਜਰਾਤ ਦੇ। ਗੁਜਰਾਤ ਦੇ ਵਿੱਚ ਤੇਲ ਤੇ ਗੈਸ ਮਿਲਦਾ ਜੀ, ਨੈਚੁਰਲ ਰਿਸੋਰਸ ਹੈ, ਤੇਲ ਵੀ ਹੈ ਤੇ ਗੈਸ ਵੀ ਹੈ। ਉਹਦੇ ਤੇ ਕੀ ਰਾਇਲਟੀ ਗੁਜਰਾਤ ਲੈਂਦਾ ਕਿ ਨਹੀਂ? ONGC ਕੋਲੋਂ, ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਜਿਹੜੀ ਹੈ, ਇਹ ਗਵਰਨਮੈਂਟ ਆਫ ਇੰਡੀਆ ਦੀ ਜੀ ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਨਵਰਤਨ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਵਿੱਚੋਂ ਉਹਨਾਂ ਕੋਲ ਰਾਇਲਟੀ ਜਾਂਦੀ ਹੈ। ਇਸ ਤਰ੍ਹਾਂ ਹੀ ਅਸਾਮ ਦੀ ਗਵਰਨਮੈਂਟ ਤੇਲ ਕੱਢਣ ਦੀ ਰਾਇਲਟੀ ਲੈਂਦੀ। ਇਸ ਤਰ੍ਹਾਂ ਹੀ ਆਂਧਰਾ ਦੇ ਵਿੱਚ ਗੈਸ ਬਹੁਤ ਸਾਰੀ, ਕ੍ਰਿਸ਼ਨਾ ਗੋਦਾਵਰੀ ਬੇਸਨ ਹੈ, ਉਹਦੇ 'ਚੋਂ ਗੈਸ ਮਿਲਦੀ। ਇਸ ਤਰ੍ਹਾਂ ਹੀ ਤ੍ਰਿਪੁਰਾ, 4 ਸਟੇਟਾਂ ਜਿਹੜੀ ਉਹ ਰਾਇਲਟੀ ਲੈਂਦੀਆਂ ਨੇ। ਅਸੀਂ ਕਿਹਾ ਕਿ ਪੰਜਾਬ ਜਿਹੜਾ ਪਾਣੀ ਨੈਚੁਰਲ ਰਿਸੋਰਸ ਹੈ, ਨਹੀਂ ਪਾਣੀ ਤੋਂ ਬਿਨਾਂ ਤਾਂ ਤੁਹਾਡਾ ਗੁਜ਼ਾਰਾ ਹੀ ਕੋਈ ਨਹੀਂ। ਸਾਡੀ, ਮੈਂ ਦੱਸਣਾ ਚਾਹੁੰਦਾ ਸੰਧਵਾਲੇ ਸਾਹਿਬ, ਬੋਲਦੇ ਮੈਂ ਗੱਲ ਕਹੀ ਸੀ, 134 ਪੰਜਾਬ ਦੇ ਜਿਹੜੇ ਬਲਾਕਸ ਨੇ, ਉਹਦੇ 'ਚੋਂ 105 ਬਲਾਕ ਝੋਨੇ ਦੀ ਫਸਲ। ਇਹ ਆਮ ਮੈਂ ਤੁਹਾਨੂੰ ਮੋਟੇ ਤੌਰ ਦੱਸਣਾ ਚਾਹੁੰਦਾ ਕਿ ਇੱਕ ਸਤਲੁਜ ਦਰਿਆ ਜਿੰਨਾ ਸਾਲ 'ਚ ਪਾਣੀ ਦਿੰਦਾ, ਕੱਢਦਾ, ਉਹ ਇੱਕ ਝੋਨੇ ਦੀ ਫਸਲ ਜਿਹੜੀ ਅਸੀਂ ਦੇਸ਼ ਵਾਸਤੇ ਚਾਵਲ ਜਿਹੜੇ ਪੈਦਾ ਕਰੀਦਾ ਜਾਂ ਵਿਦੇਸ਼ਾਂ ਵਿੱਚ ਸਾਡੀ ਬਾਸਮਤੀ ਜਾਂਦੀ ਹੈ, ਇਹ ਇੱਕ ਦਰਿਆ ਪੂਰਾ ਸਤਲੁਜ ਦਾ ਉਹਦੇ 'ਚ ਲੱਗਦਾ। ਸਾਡਾ ਪਾਣੀ ਜਿਹੜਾ ਕਿਸੇ ਟਾਈਮ ਬਹੁਤ ਮਿੱਠਾ ਸੀ, ਉਹਦੇ ਨਾਲ ਦਾ ਪਾਣੀ ਨਹੀਂ ਸੀ ਕਿਤੇ, ਅੱਜ ਕੌੜਾ ਪਾਣੀ ਹੋ ਗਿਆ। ਹਿਊਮਨ ਕੰਜ਼ੰਪਸ਼ਨ ਵਾਸਤੇ ਉਹ ਨਹੀਂ ਰਿਹਾ। ਕਿਸੇ ਟਾਈਮ ਸਾਡੇ ਪਾਣੀ ਦੇ ਲੈਵਲ ਸੀ 35-40 ਫੁੱਟ, ਹੁਣ ਉਹ 300-300 350 ਫੁੱਟ, ਕਈ ਏਰੀਆਜ਼ ਦੇ ਵਿੱਚ ਇਸ ਤੋਂ ਵੀ ਡੂੰਘੇ ਚਲੇ ਗਏ ਨੇ ਪਾਣੀ ਜੀ। ਉਸ ਦੇ ਨਾਲ ਫਿਰ ਸਾਡੀ ਸਿਹਤ ਖਰਾਬ ਹੋ ਗਈ। ਜਿਸ ਤਰ੍ਹਾਂ ਹੁਣ ਮਾਲਵੇ ਦਾ ਏਰੀਆ, ਮੈਂ ਵੀ ਉਦਣ ਵੀ ਬੋਲਦੇ ਕਿਹਾ ਕਿ ਸਰਦਾਰਨੀ ਹਰਸਿਮਰਤ ਕੌਰ ਦੇ ਏਰੀਏ 'ਚੋਂ ਇੱਕ ਟ੍ਰੇਨ ਜਾਂਦੀ ਬੀਕਾਨੇਰ ਨੂੰ 326 ਕਿਲੋਮੀਟਰ, ਉਹਨੂੰ ਕਿਹਾ ਹੀ ਕੈਂਸਰ ਐਕਸਪ੍ਰੈਸ ਜਾਂਦਾ, ਕਿਉਂਕਿ ਉਹ ਜਿਹੜੀ ਬੈਲਟ ਹੈ ਬਠਿੰਡੇ ਵਾਲੀ, ਮਾਨਸੇ ਵਾਲੀ, ਉੱਥੇ ਨਰਮਾ ਬੀਜਿਆ ਜਾਂਦਾ। ਨਰਮੇ ਦੀ ਇੱਕ ਫਸਲ 'ਚ 15 ਸਪਰੇਅ ਹੁੰਦੀਆਂ ਨੇ ਜੀ। ਉਹ 15 ਸਪਰੇਅ ਦੇ ਨਾਲ ਕੈਂਸਰ ਵੱਧ ਗਿਆ ਉਸ ਏਰੀਏ 'ਚ। ਫਿਰ ਸਾਡਾ ਸੋਇਲ ਟੈਕਸਚਰ, ਇਹ ਬੜੀ ਇੰਪੋਰਟੈਂਟ ਗੱਲ ਹੈ ਜੀ। ਤੁਹਾਨੂੰ ਪਤਾ ਪੁਰਾਣੇ ਵਕਤ ਦੇ ਵਿੱਚ, ਜਾਂ ਕੋਈ ਵੀ ਇਨਸਾਨ ਵੀ ਹੈ, ਜਾਨਵਰ ਵੀ ਹੈ, ਘੋੜਾ ਹੈ, ਤੁਸੀਂ ਕੋਈ ਚੀਜ਼ ਵੀ ਹੈ, ਸਾਨੂੰ ਜਿਸਮ ਨੂੰ, ਸਾਡੇ ਨੂੰ ਰੈਸਟ ਦੀ ਲੋੜ ਹੈ। ਇਸ ਤਰ੍ਹਾਂ ਹੀ ਤੁਹਾਡੀ ਪੈਲੀ ਨੂੰ ਵੀ ਰੈਸਟ ਦੀ ਲੋੜ ਹੈ। ਅਸੀਂ ਲਗਾਤਾਰ ਇੰਟੈਂਸਿਵ ਐਗਰੀਕਲਚਰ, ਝੋਨਾ ਵੱਢਿਆ ਤੇ ਕਣਕ ਬੀਜ ਲਈ, ਕਣਕ ਵੱਢੀ ਤੇ ਝੋਨਾ ਬੀਜ ਲਿਆ, ਸਾਡਾ ਸੋਇਲ ਟੈਕਸਚਰ ਖਰਾਬ ਹੋ ਗਿਆ ਜੀ। ਅੱਜ ਤੁਸੀਂ ਹੈਰਾਨ ਹੋਵੋਗੇ ਸੰਧੇਵਾਲੇ ਸਾਹਿਬ, ਜਿਹੜਾ ਤੁਹਾਡਾ ਚਾਵਲ ਹੈ ਤੇ ਕਣਕ ਹੈ, ਬਾਹਰਲੀਆਂ ਸਟੇਟਾਂ 'ਚ ਜਿੱਥੇ PDS ਦੇ ਜ਼ਰੀਏ ਗਰੀਬ ਸਟੇਟਾਂ ਵਿੱਚ ਤੇ ਗਰੀਬ ਲੋਕਾਂ ਕੋਲ ਜਾਂਦੀ ਕਣਕ ਤੇ ਜਿਹੜਾ ਤੁਹਾਡਾ ਦਾਲਾਂ ਜਾਂਦੀਆਂ ਨੇ ਜਾਂ ਚਾਵਲ ਜਾਂਦੇ ਨੇ, ਉਹ ਹੁਣ ਉਹ ਕਹਿਣ ਲੱਗ ਪਏ ਪੰਜਾਬ ਦਾ ਅਸੀਂ ਚਾਵਲ ਨਹੀਂ ਲੈਣਾ ਜੀ, ਪੰਜਾਬ ਦੀ ਕਣਕ ਨਹੀਂ ਲੈਣੀ। ਅੱਜ ਮੱਧ ਪ੍ਰਦੇਸ਼ ਦੀ ਕਣਕ, ਤੁਸੀਂ ਹੈਰਾਨ ਹੋਵੋਗੇ, ਪੰਜਾਬ ਦੇ ਕਿਸਾਨ ਲਿਆ ਕੇ ਆਪਣੇ ਘਰਾਂ ਵਾਸਤੇ ਇਸਤੇਮਾਲ ਕਰਨ ਲੱਗ ਪਏ। ਕੁਆਲਿਟੀ ਆਫ ਵੀਟ, ਜਿਹੜੀ ਕਣਕ ਦੀ ਕੁਆਲਿਟੀ ਹੈ, ਮੱਧ ਪ੍ਰਦੇਸ਼ ਇਜ਼ ਮਚ ਬੈਟਰ ਦੈਨ ਪੰਜਾਬ, ਕਿਉਂਕਿ ਅਸੀਂ ਇੰਨਾ ਜ਼ਿਆਦਾ ਯੂਜ਼ ਕਰ ਲਿਆ। ਕਹਿੰਦਾ ਮੇਰਾ ਮਕਸਦ ਸੀ ਕਿ ਅਸੀਂ ਆਪਣਾ ਸਾਰਾ ਕੁਝ ਤਬਾਹ ਕਰ ਲਿਆ। ਬੜਾ ਵੱਡਾ ਸਵਾਲ ਹੈ ਕਿ ਗਵਰਨਮੈਂਟਾਂ ਸਾਹਮਣੇ ਵੀ, ਕਿ ਅੱਜ ਅਸੀਂ ਜਿਸ ਨੂੰ 56 ਸਾਲ ਇਸਤੇਮਾਲ ਕੀਤਾ, ਜਿਸ ਸੂਬੇ ਨੂੰ, ਉਹਨੂੰ ਲਰਚ ਵਿੱਚ ਨਹੀਂ ਛੱਡ ਸਕਦੇ। ਜ਼ਿੰਮੇਵਾਰੀ ਦੇਸ਼ ਵਾਲੇ ਹੈ, ਭੱਜ ਨਹੀਂ ਸਕਦੇ ਇਸ ਤੋਂ। ਜੀ। ਇਹ ਸਾਨੂੰ ਕੋਈ ਨਾ ਕੋਈ ਰਿਸਪੌਂਸਿਵ ਕੰਮ ਕਰਨਾ ਪਏਗਾ। ਇਹਦੇ 'ਚੋਂ ਜੇ ਕੱਢਣਾ ਤੇ ਆਲਟਰਨੇਟਿਵ ਕ੍ਰੌਪ ਦੇਣਾ ਪਏਗਾ। ਜੇ ਅਸੀਂ ਚਾਵਲ ਲੈ ਕੇ ਆ ਗਏ ਬਾਹਰੋਂ ਤੇ ਪੰਜਾਬ ਨੇ ਬੀਜਣਾ ਸ਼ੁਰੂ ਕਰ ਦਿੱਤਾ, ਤੇ ਸਾਨੂੰ ਕੋਈ ਨਾ ਕੋਈ ਇਹੋ ਜਿਹੀ ਫਸਲ ਲਿਆਓ ਜਿਹੜੀ ਉਹਨੇ ਪੈਸੇ ਦੇ। ਕਿਸਾਨ ਇੰਨਾ ਕਹਿੰਦਾ ਕਿ ਜਿੰਨੇ ਮੈਂ ਝੋਨੇ 'ਚੋਂ ਪੈਸੇ ਕਮਾਨਾ, ਉਹਨੇ ਪੈਸਿਆਂ ਦੀ ਕੋਈ ਮੈਨੂੰ ਫਸਲ ਲਿਆਓ ਜਿਹੜੀ ਭਾਵੇਂ ਦਾਲਾਂ ਬੀਜਣ ਨੂੰ ਤਿਆਰ ਹੈ, ਜੇ ਉਹਦੇ ਨਾਲ ਉਹਨੇ ਪੈਸੇ ਆ ਜਾਣ, ਝਾੜ ਹੋਏ ਤੇ ਰੇਟ ਉਹਦਾ ਉਨਾ ਹੋਏ। ਇਹ ਗੱਲਾਂ ਬਾਇਓ ਸਾਹਿਬ ਉੱਥੇ ਕੰਸੀਡਰ ਹੋਈਆਂ ਰਾਜ ਸਭਾ 'ਚ, ਤੁਸੀਂ ਜਦੋਂ ਇਹ ਜਾਂ ਕੀਤੀਆਂ ਜਾਂ ਵੈਸੇ ਕਿਤੇ? ਦੇਖੋ, ਮੈਂ ਤੁਹਾਨੂੰ ਦੱਸਣਾ ਇਸ ਤਰ੍ਹਾਂ ਸੀ ਕਿ ਗਵਰਨਮੈਂਟ ਨੇ ਜਦੋਂ ਇਹ ਪਲਾਨ ਬਣਾਇਆ ਜੀ,
ਇਹ ਪਲਾਨ ਬਣੇ ਨੂੰ 7-8 ਮਹੀਨੇ ਹੋ ਗਏ। ਉਸ ਪਲਾਨ ਦੇ ਮੁਤਾਬਕ ਪਹਿਲੇ ਜਦੋਂ ਇਹ ਸਰਦਾਰਨੀ ਹਰਸਿਮਰਤ ਕੌਰ ਬਾਦਲ ਹੋਣਾ ਦੇ ਵੀ ਕੈਬਨਿਟ ਦੇ ਵਿੱਚ ਆਇਆ ਚੀਜ਼, ਤੋ ਸਮਝ ਇਹਨਾਂ ਨੂੰ ਵੀ ਉਸ ਟਾਈਮ ਆ ਗਈ ਕਿ ਇਹ ਕੰਮ ਤੇ ਖਤਰਨਾਕ ਹੋਣ ਲੱਗਾ। ਸਾਰਿਆਂ ਨੂੰ ਸਮਝ ਆਇਆ, ਜ਼ਿਮੀਂਦਾਰਾਂ ਨੂੰ, ਜਿਹੜੇ ਕਿਸਾਨ ਨੇ, ਸਧਾਰਨ ਕਿਸਾਨ ਨੂੰ ਪਤਾ ਹੈ ਕਿ ਬੇਸਿਕਲੀ ਮਿਨੀਮਮ ਸਪੋਰਟ ਪ੍ਰਾਈਸ ਤੇ ਮੈਂ ਗੱਲਾਂ ਹੀ ਨੇ, ਇਹ ਹੁਣ ਕੰਮ ਬੰਦ ਹੋਣ ਵਾਲੇ ਪਾਸੇ ਤੁਰ ਪਏ। ਮੈਨੂੰ ਇਹ ਲੱਗਦਾ ਬੀਜੇਪੀ ਦੀ ਲੀਡਰਸ਼ਿਪ ਵੀ ਹੁਣ ਇਹ ਕਹਿ ਰਹੀ ਹੈ, ਨਾਰਾਜ਼ਗੀ ਵੀ ਇਹਨਾਂ ਦੀ ਇਸ ਗੱਲੋਂ ਤਾਂ ਵੱਧ ਗਈ ਅਕਾਲੀ ਦਲ ਨਾਲ। ਜਦੋਂ ਆਹ ਗੱਲ ਹੋਈ ਤੇ ਇਹਨਾਂ ਨੂੰ, ਅਕਾਲੀ ਦਲ ਵਾਲਿਆਂ ਨੂੰ, ਉਹਨਾਂ ਨੇ ਕਿਹਾ ਕਿ ਯਾਰ ਇਹ ਰੌਲਾ ਰੱਪਾ ਪੈਣਾ ਕਿਸਾਨਾਂ ਵਿੱਚ ਤੇ ਆਪਾਂ ਕੀ ਕਰੀਏ। ਮੇਰਾ ਖਿਆਲ ਉਸ ਟਾਈਮ, ਵੇਖੋ ਮੈਂ ਕਿਸੇ ਨੂੰ ਟੈਲੀਵਿਜ਼ਨ ਚੈਨਲ ਤੇ ਕੋਈ ਗਲਤ ਬਿਆਨੀ ਨਹੀਂ ਕਰਨਾ ਚਾਹੁੰਦਾ, ਮੇਰਾ ਖਿਆਲ ਹੈ ਮਿਸਕੈਲਕੂਲੇਟ ਕਰ ਗਏ ਅਕਾਲੀ ਦਲ ਵਾਲਿਆਂ ਨੇ। ਉਹਨਾਂ ਨੂੰ ਇੱਕ ਅਸ਼ੋਰੈਂਸ ਦਵਾਤੀ ਕਿ ਕਿਸਾਨਾਂ ਦਾ ਕੰਮ ਸਾਡੇ ਤੇ ਛੱਡੋ, ਅਸੀਂ ਖੇਤੀ ਨਾਲ ਸੰਬੰਧਿਤ ਸਾਡੀ ਪਾਰਟੀ ਹੈ ਪੁਰਾਣੀ, ਤੇ ਅਸੀਂ ਲੋਕਾਂ ਨੂੰ ਮੋਲਡ ਕਰ ਲਵਾਂਗੇ, ਸਮਝਾ ਲਾਂਗੇ, ਤੁਸੀਂ ਫਿਕਰ ਨਾ ਕਰੋ। ਉਹਦੀ ਗੁੱਡਵਿਲ, ਮੋਦੀ ਸਾਹਿਬ ਦੀ ਗਵਰਨਮੈਂਟ ਦੀ ਗੁੱਡਵਿਲ ਲੈਣ ਵਾਸਤੇ ਇਹਨਾਂ ਨੇ ਉਹ ਗੱਲ ਕਰ ਲਈ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ। ਇੱਕ ਚੀਜ਼, ਇਹ ਤੁਹਾਡਾ ਅੰਦਾਜ਼ਾ ਹੈ ਜਾਂ ਹੋਇਆ? ਨਹੀਂ ਹੋਇਆ, 100% ਅੰਦਾਜ਼ਾ ਨਹੀਂ ਹੋਇਆ। ਅੱਛਾ, ਕਿਉਂਕਿ ਦਿਸ ਹੈਜ਼ ਕਮ ਆਊਟ। ਇਹ ਹੁਣ ਗੱਲ, ਹੁਣ ਜਿੱਦਣ ਦੀ ਇਹਨਾਂ ਦੀ ਲਾਈਨਸ ਟੁੱਟ ਗਈ ਹੈ, ਆਪਸ ਦੇ ਵਿੱਚ ਦੁਫਾੜ ਪੈ ਗਈ ਹੈ, ਸਾਹ ਸੁਖਬੀਰ ਸਿੰਘ ਬਾਦਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਦਾ ਅਸਤੀਫਾ, ਉਹਦਾ ਉਨਾ ਇੰਪੈਕਟ ਹੋਇਆ ਜਿਸ ਤਰ੍ਹਾਂ ਜਾਪਾਨ ਦੇ ਵਿੱਚ ਹਿਰੋਸ਼ੀਮਾ ਤੇ ਨਾਗਾਸਾਕੀ ਤੇ ਐਟਮ ਬੰਬ ਸੁੱਟੇ ਸੀ। ਉਸ ਤਰ੍ਹਾਂ ਤਾਂ ਹੀ ਮੋਦੀ ਸਾਹਿਬ ਦੇ 5 ਮੰਤਰੀ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਸਫਾਈ ਦੇ ਰਹੇ ਨੇ। ਉਸ ਤੋਂ ਬਾਅਦ ਬੀਜੇਪੀ ਨੇ ਦੱਸਣਾ ਸ਼ੁਰੂ ਕਰਤਾ ਕਿ ਤੁਸੀਂ ਤੇ ਸਾਨੂੰ ਅਸ਼ੋਰੈਂਸ ਦਿੱਤੀ ਸੀ, ਜੇ ਤੁਸੀਂ ਉਦੋਂ ਸਾਨੂੰ ਰੋਕ ਦਿੰਦੇ ਤੇ ਹੋ ਸਕਦਾ ਡਿਲੇ ਹੋ ਜਾਂਦਾ ਜਾਂ ਇਹਦੀ ਸ਼ੇਪ ਬਦਲੀ ਜਾਂਦੀ। ਇਹਨਾਂ ਕੋ ਮਿਸਕੈਲਕੂਲੇਸ਼ਨ ਹੋ ਗਈ ਸਰਦਾਰਨੀ ਹਰਸਿਮਰਤ ਕੌਰ ਬਾਦਲ ਕੋ। ਸ਼ੀ ਕੁਡ ਨਾਟ ਅਸੈਸ ਕਿ ਜ਼ਿੰਮੇਦਾਰ ਇਸ ਗੱਲ 'ਚ ਕਿੰਨਾ ਕੁ ਭੜਕੇਗਾ। ਫਿਰ ਤੁਸੀਂ ਵੇਖੋ, ਅੱਜ ਜੇ 3-4 ਮਹੀਨੇ ਤੁਸੀਂ ਪਿੱਛੇ ਜਾਂਦੇ ਹੋ, ਸਰਦਾਰਨੀ ਹਰਸਿਮਰਤ ਕੌਰ ਜੀ 3 ਵਾਰ, ਮੈਨੂੰ ਯਾਦ ਹੈ ਅੱਜ ਤੋਂ, ਜਦੋਂ ਕਰੋਨਾ ਬੜੇ ਜ਼ੋਰ ਤੇ 3-4 ਮਹੀਨੇ ਪਹਿਲੇ ਦੀ ਗੱਲ ਹੈ, ਉਦੋਂ 3 ਵਾਰ ਚੰਡੀਗੜ੍ਹ ਆ ਕੇ ਸਪੈਸ਼ਲੀ ਪ੍ਰੈਸ ਕਾਨਫਰੰਸਿਸ ਕਰਕੇ ਵੱਖ-ਵੱਖ ਟੀਵੀ ਚੈਨਲਸ ਤੇ ਪੂਰੀ ਵਕਾਲਤ ਕੀਤੀ ਇਹਦੀ ਕਿ ਇਹਦੀ ਇਹ ਰੂਪ ਰੇਖਾ ਬਦਲ ਜਾਏਗੀ, ਕਿਸਾਨਾਂ ਦੇ ਬਹੁਤ ਹੱਕ 'ਚ। ਉਸ ਤੋਂ ਬਾਅਦ ਜਿਹੜੀ ਆਲ ਪਾਰਟੀ ਮੀਟਿੰਗ ਹੋਈ, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਸੱਦੀ, ਉਹਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਸਾਰੀਆਂ ਪਾਰਟੀਆਂ ਦੇ ਹੁੰਦੇ ਵਕਾਲਤ ਕਰਦੇ ਰਹੇ ਕਿ ਕੈਪਟਨ ਸਾਹਿਬ ਤੁਹਾਨੂੰ ਤਾਂ ਪਤਾ ਹੀ ਨਹੀਂ ਇਹਦੇ 'ਚ ਫਾਇਦਾ ਕਿੰਨਾ ਹੋਣਾ। ਫਿਰ ਵੇਖੋ, ਜਿਹੜਾ ਸਾਰਿਆਂ ਨੂੰ ਟੌਲੈਸਟ ਲੀਡਰ ਹੈ ਕਿਸਾਨਾਂ ਦੇ ਵਿੱਚ, ਜਿਹੜੇ 5 ਵਾਰ ਮੁੱਖ ਮੰਤਰੀ ਰਹੇ, ਸਾਹ ਪ੍ਰਕਾਸ਼ ਸਿੰਘ ਬਾਦਲ, ਇੱਕ ਵੱਡੀ ਗਲਤੀ ਅਕਾਲੀ ਦਲ ਨੇ ਉਹਨਾਂ ਕੋ ਵੀ ਇਸ ਟਾਈਮ ਕਰਾ ਲਈ। ਨਹੀਂ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ, ਮੈਂ ਸਮਝਦਾ ਐਸਟੂਟ ਪੋਲੀਟੀਸ਼ੀਅਨ ਜਿਹਨਾਂ ਨੂੰ ਕਿਹਾ ਜਾਂਦਾ, ਉਹ ਨੇ। ਉਹਨਾਂ ਕੋਲੋਂ ਮੇਰਾ ਖਿਆਲ ਇਹਨਾਂ ਨੇ ਜ਼ੋਰ ਪਵਾਇਆ, ਦੋਵਾਂ ਨੇ, ਉਹਨਾਂ ਦੇ ਬੇਟੇ ਨੇ ਤੇ ਉਹਨਾਂ ਦੀ ਨੂੰਹ ਨੇ, ਕਿ ਜੀ ਸਾਡੀ ਗੱਲ ਦਾ ਅਸਰ ਘੱਟ ਜ਼ਿਮੀਂਦਾਰਾਂ ਤੇ ਕਿਸਾਨਾਂ ਤੇ ਹੋ ਰਿਹਾ। ਜਿੱਦਣ ਤੁਸੀਂ ਕਹੋਗੇ, ਜਿੱਦਣ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਕਹੇਗਾ ਤੇ ਲੋਕ ਸ਼ਾਂਤ ਹੋ ਜਾਣਗੇ, ਮੰਨ ਜਾਣਗੇ। ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਕੋ ਕਿਹਾ ਕਿ ਜਿਹੜੇ ਲੋਕ ਇਹਨੂੰ ਅਪੋਜ਼ ਕਰ ਰਹੇ ਨੇ, ਇਹ ਦੁਸ਼ਮਣ ਨੇ ਕਿਸਾਨਾਂ ਦੇ। ਮੈਂ ਤੁਹਾਨੂੰ ਇਹਦਾ ਵਿਸ਼ਵਾਸ ਦਿਵਾਉਣਾ, ਇਹਦਾ ਬਹੁਤ ਵੱਡਾ ਤੁਹਾਨੂੰ ਲਾਭ ਹੋਏਗਾ। ਪਰ ਜਦੋਂ ਇੱਕੋ ਦਮ ਬਿੱਲ ਇੰਟਰੋਡਿਊਸ ਹੋਏ ਤੇ ਪਾਸ ਹੋ ਗਏ ਉੱਥੇ ਲੋਕ ਸਭਾ ਦੇ ਵਿੱਚ, ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਹੁਣ ਨੇਪਰੇ ਚੜ੍ਹ ਜਾਣਾ, ਕਿਉਂਕਿ ਇਹਨਾਂ ਕੋਲ ਤਾਂ ਮੈਜੋਰਿਟੀ ਰਾਜ ਸਭਾ 'ਚ ਵੀ ਹੈ, ਤੇ ਜਿਸ ਸਪੀਡ ਨਾਲ ਇਹ ਕੰਮ ਕਰ ਰਹੇ ਨੇ, ਇਹ ਰੁਕਣਾ ਨਹੀਂ। ਉਸ ਟਾਈਮ ਤੇ ਜਿਹੜਾ ਅਪਸਰਜ ਆਇਆ ਥੱਲੋਂ, ਲੋਕ ਬੱਚਿਆਂ ਸਮੇਤ, ਔਰਤਾਂ ਸਮੇਤ, ਮਾਤਾਵਾਂ ਸਮੇਤ, ਸਿੰਗਰ ਆ ਗਏ, ਆਰਟਿਸਟ ਆ ਗਏ, ਹਰ ਪੋਲੀਟੀਕਲ ਕਲਾਸ ਇਹਦੇ 'ਤੇ ਆ ਗਈ, ਹਰ ਬੱਚਾ ਆਪਣੇ ਆਪ ਨਿਕਲਿਆ। ਇਹ ਸਮਝਦੇ ਹੋਏ ਕਿ ਸਾਡੀ ਹੋਂਦ ਦੀ ਲੜਾਈ, ਸਾਡੀ ਆਉਣ ਵਾਲੇ ਟਾਈਮ ਦੇ, ਸਾਡੇ ਫਿਊਚਰ ਦੀ ਲੜਾਈ ਹੈ। ਇਹ ਜੇ ਇਹ ਕੰਮ ਹੋ ਗਿਆ ਤਾਂ ਅਸੀਂ ਹਮੇਸ਼ਾ ਵਾਸਤੇ ਖਤਮ ਹੋ ਜਾਵਾਂਗੇ, ਕਿਉਂਕਿ ਆਲਰੇਡੀ ਕਿਸਾਨ ਬਹੁਤ ਜ਼ਿਆਦਾ ਇਹਦੇ ਵਿੱਚ ਦਬਾਅ ਥੱਲੇ ਇਕਨੋਮਿਕ ਤੌਰ ਤੇ। ਉਸ ਟਾਈਮ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਘਰ ਦੇ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਮੋਰਚਾ ਲਾ ਲਿਆ। ਜੀ ਇਹਨਾਂ ਨੇ ਇਹ ਵੇਖਿਆ ਕਿ ਆਊਟ ਆਫ ਹੈਂਡ ਗੱਲ ਚਲੀ ਗਈ, ਤੇ ਜੇ ਸਾਨੂੰ ਕਲਪ੍ਰਿਟਸ ਕੱਲ ਨੂੰ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਤੁਸੀਂ ਰਲ ਕੇ ਮਾਰਿਆ ਭਾਜਪਾ ਦੇ ਨਾਲ, ਤੇ ਅਸੀਂ, ਸਾਡੀ ਹੋਂਦ ਹਮੇਸ਼ਾ ਵਾਸਤੇ ਮੁੱਕ ਜਾਏਗੀ। ਫਿਰ ਇਹਨਾਂ ਯੂ ਟਰਨ ਮਾਰਿਆ ਇੱਕੋਦਮ। ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਇਮੀਡੀਏਟਲੀ ਸੱਦੀ ਕਿ ਹੁਣ ਜਾਨ ਆਪਣੀ ਛਡਵਾਓ। ਹੁਣ ਜੇ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਦੇਗੀ ਤੇ ਘੱਟ ਤੋਂ ਘੱਟ ਆਪਾਂ ਪਿੰਡ 'ਚ ਰਹਿਣ ਜੋਗੇ ਹੋ ਜਾਵਾਂਗੇ, ਸੜਕ ਤੇ ਨਿਕਲਣ ਜੋਗੇ ਹੋ ਜਾਵਾਂਗੇ। ਤਾਂ ਉਦੋਂ ਫਿਰ ਇਹ ਫੈਸਲਾ ਕੀਤਾ। ਫਿਰ ਵੀ ਤੁਸੀਂ ਵੇਖੋ ਸੰਧਵਾਲੇ ਸਾਹਿਬ, ਫਿਰ ਵੀ ਦੁਚਿੱਤੀ 'ਚ ਰਹੇ। ਵੇਖੋ ਕੁਰਸੀ ਛੱਡਣੀ ਬੜੀ ਡਿਫਿਕਲਟ ਹੁੰਦੀ ਹੈ। ਫਿਰ ਵੀ 1 ਹਫ਼ਤਾ ਜਾਂ 10 ਦਿਨ ਇਹ ਮਿਨਿਸਟਰੀ 'ਚੋਂ ਅਸਤੀਫਾ ਦੇ ਗਏ, ਬਟ ਐਨਡੀਏ ਦਾ ਹਿੱਸਾ ਰਹੇ। ਜਦੋਂ ਵੇਖਿਆ ਕਿ ਇਹ ਬਹੁਤ ਜ਼ਿਆਦਾ ਹੋਣੇ, ਇਹ ਜਿਹੜਾ ਪ੍ਰੈਸ਼ਰ ਹੈ ਇਹ ਥੰਮਣ ਵਾਲਾ ਹੈ ਨਹੀਂ, ਵੱਧ ਰਿਹਾ, ਫਿਰ ਅਲਟੀਮੇਟਲੀ ਇਹਨਾਂ ਨੇ ਅਦਰਵਾਈਜ਼ 1 ਅਕਤੂਬਰ ਨੂੰ ਜਦੋਂ ਇਹ ਤਿੰਨੋਂ
ਤਖਤ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ, ਤਲਵੰਡੀ ਸਾਬੋ ਤੋਂ ਤੇ ਆਨੰਦਪੁਰ ਸਾਹਿਬ ਤੋਂ ਜਿਹੜਾ ਇਹ ਮਾਰਚ ਕੱਢਣ ਲੱਗੇ ਨੇ ਚੰਡੀਗੜ੍ਹ ਦਾ, ਇਹ ਇਹਨਾਂ ਦਾ ਫੈਸਲਾ ਸੀ ਕਿ ਕੋਰ ਕਮੇਟੀ ਜਿਹੜੀ ਹੈ 1 ਤਰੀਕ ਤੋਂ ਬਾਅਦ ਮਿਲੇਗੀ, ਫਿਰ ਅਸੀਂ ਐਨਡੀਏ ਨਾਲ ਰਿਸ਼ਤਾ ਤੋੜਾਂਗੇ। ਜੀ। ਜਦੋਂ ਵੇਖਿਆ ਕਿ ਲੋਕ ਤੇ ਇਕੱਠੇ ਨਹੀਂ ਹੋ ਰਹੇ, ਬਹੁਤ ਭਾਰੀ, ਜਦੋਂ 25 ਸਪਟੈਂਬਰ ਵਾਲੇ ਦਿਨ ਬੰਦ ਹੋਇਆ ਉਦੋਂ ਲੋਕਾਂ ਨੇ ਇਹਨਾਂ ਨੂੰ ਹੁੰਗਾਰਾ ਨਹੀਂ ਦਿੱਤਾ, ਬਹੁਤ ਜਗ੍ਹਾ ਇਹਨਾਂ ਨੂੰ ਸਵਾਲ ਹੋਏ, ਬਹੁਤ ਜਗ੍ਹਾ ਇਹਨਾਂ ਦੇ ਵਿਦਰੋਹ ਵੀ ਹੋਇਆ। ਤਾਂ ਇਹਨਾਂ ਨੇ ਅਸੈਸਮੈਂਟ ਲਾ ਲਈ ਕਿ ਬੰਦੇ ਇਕੱਠੇ ਨਹੀਂ ਹੋਣੇ, ਇਕੱਠੇ ਹੋਣ ਵਾਸਤੇ ਇਟ ਇਜ਼ ਇੰਪੋਰਟੈਂਟ ਕਿ ਅਸੀਂ ਇਮੀਡੀਏਟਲੀ ਹੁਣ ਨਾਤਾ ਤੋੜੀ। ਸੋ ਇਹ ਆਪਣੇ ਆਪ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਹੈ ਤੇ ਸਹੀ ਮਾਇਨੇ ਦੇ ਵਿੱਚ ਮੈਂ ਸਮਝਦਾ ਕਿ ਇਹਨਾਂ ਦੀ ਕਾਫੀ ਹੱਦ ਤੱਕ ਜ਼ਿੰਮੇਵਾਰੀ ਹੈ, ਜਿਹੜੀ ਜੇ ਇਮਾਨਦਾਰੀ ਨਾਲ ਨਿਭਾਉਂਦੇ, ਜੇ ਸਰਦਾਰਨੀ ਹਰਸਿਮਰਤ ਕੌਰ ਜੀ ਪਹਿਲੇ ਹੱਥੋਂ ਛੱਡ ਕੇ ਹੁੰਦੇ, ਉਦੋਂ ਪ੍ਰੀ ਵਾਰਨ ਕਰ ਜਾਂਦੇ, ਹੋ ਸਕਦਾ ਇਹ ਨੇਪਰੇ ਨਾ ਚੜ੍ਹਦਾ, ਬੀਜੇਪੀ ਇੱਥੋਂ ਤੱਕ ਨਾ ਪਹੁੰਚਦੀ। ਹੁਣ ਜਦੋਂ ਤੁਸੀਂ ਤਾਂ ਉੱਥੇ ਵਿੱਚ ਵਿਚਰੇ ਹੋ, ਸਾਰਾ ਕੁਝ ਰਹੇ ਹੋ ਉੱਥੇ, ਰਾਜ ਸਭਾ ਦੇ ਵਿੱਚ ਜੋ ਕੁਝ ਵੀ ਹੋਇਆ ਆਪਾਂ ਉਹ ਵੀ ਦੇਖ ਲਿਆ। ਹੁਣ ਇੰਨਾ ਕੁਝ ਕਰਨ ਦੇ ਬਾਵਜੂਦ ਜਦੋਂ ਹੁਣ ਇਹ ਕਾਨੂੰਨ ਬਣ ਗਏ, ਰਾਸ਼ਟਰਪਤੀ ਜੀ ਨੇ ਦਸਤਖਤ ਵੀ ਕਰ ਦਿੱਤੇ ਆ, ਹੁਣ ਇਹਦਾ ਮਤਲਬ ਕਿ ਆਪਣੇ ਪੰਜਾਬ ਦੇ ਹੱਥੋਂ ਗੇਮ ਨਿਕਲ ਗਈ। ਮੈਂ ਤਾਂ ਤੁਹਾਨੂੰ ਸਵਾਲ ਪੁੱਛ ਰਿਹਾ ਕਿਉਂਕਿ ਇਸ ਵਕਤ ਪੰਜਾਬ 'ਚ ਸਰਕਾਰ ਤੁਹਾਡੀ ਹੈ, ਤੇ ਜੇ ਗੱਲ ਕੱਲ੍ਹ ਨੂੰ ਚੱਲਦੀ ਹੈ 2022 ਤੱਕ, ਜੇ ਤੁਸੀਂ ਅਕਾਲੀ ਦਲ ਨੂੰ ਜਾਂ ਭਾਜਪਾ ਨੂੰ ਦੋਸ਼ੀ ਕਹੋਗੇ ਤਾਂ ਹੋ ਸਕਦਾ ਉਹ ਵੀ ਕਹਿਣ ਵੀ ਇਹਨਾਂ ਦੇ ਕੋਲੇ ਆ ਸਰਕਾਰ ਸੀ, ਉਦੋਂ ਸਰਕਾਰ 'ਚ ਆ ਕੁਝ ਕਰ ਸਕਦੇ ਸੀ। ਸੰਧੂ ਵਾਲੇ ਸਾਹਿਬ, 2-3 ਚੀਜ਼, ਹਾਂ ਮੈਂ ਤੁਹਾਡੇ ਟੀਵੀ ਸੁਣਨ ਵਾਲੇ ਸਾਰੇ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ, ਬਹੁਤ ਅੱਛਾ ਤੁਹਾਡਾ ਸਵਾਲ। ਵੇਖੋ, ਐਗਰੀਕਲਚਰ ਜਿਹੜਾ ਇਹ ਸਟੇਟ ਸਬਜੈਕਟ ਹੈ ਜੀ। ਹਿੰਦੁਸਤਾਨ ਜਿਹੜਾ ਹੈ ਇਹ ਸਟੇਟਸ ਦੀ ਬਣੀ ਹੋਈ ਇੱਕ ਸਾਡਾ ਜਿਹੜਾ ਫੈਡਰਲ ਸਟਰਕਚਰ ਹੈ, ਇਹਦੇ ਤੇ ਸਿੱਧੇ ਤੌਰ ਤਾਵਾ ਹੈ ਜੀ। ਕੁਝ ਚੀਜ਼ਾਂ ਸੈਂਟਰ ਸਬਜੈਕਟਸ ਨੇ, ਜਿਸ ਤਰ੍ਹਾਂ ਆਰਮੀ ਹੈ, ਡਿਫੈਂਸ ਹੈ ਹਿੰਦੁਸਤਾਨ ਦੀ, ਦੈਟ ਇਜ਼ ਅ ਸੈਂਟਰਲ ਸਬਜੈਕਟ, ਉਹਦੇ ਵਿੱਚ ਸਟੇਟਸ ਦੀ ਕੋਈ ਇੰਟਰਫੇਰੈਂਸ ਨਹੀਂ, ਫੋਰਨ ਪਾਲਿਸੀ ਜੀ। ਸੋ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸੈਂਟਰਲ ਸਬਜੈਕਟਸ ਨੇ, ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸਟੇਟ ਸਬਜੈਕਟਸ ਰੱਖੀਆਂ ਨੇ, ਜਿਸ ਤਰ੍ਹਾਂ ਐਗਰੀਕਲਚਰ, ਸਾਨੂੰ ਇਹ ਐਡਵਾਈਜ਼ਰੀ ਦੇ ਸਕਦੇ ਨੇ, ਸਾਨੂੰ ਇਹ ਸੁਜੈਸਟ ਕਰ ਸਕਦੇ ਨੇ ਕਿ ਆਹ ਦਾ ਆਹ ਕਰ ਲਓ, ਬਟ ਸਾਡੇ ਤੇ ਬੰਦਿਸ਼ ਨਹੀਂ ਕੋ ਲਗਾ ਸਕਦੇ, ਓਵਰ ਰੂਲ ਨਹੀਂ ਕਰ ਸਕਦੇ। ਇਹ ਐਗਰੀਕਲਚਰ ਦੇ ਵਿੱਚ ਬਕਾਇਦਾ ਤੌਰ ਇਹਨਾਂ ਨੇ ਮਦਾਖਲਤ ਕੀਤੀ ਹੈ। ਸਾਡੇ ਚੀਫ ਮਿਨਿਸਟਰ ਨੇ ਆਲਰੇਡੀ ਅੱਜ ਹੀ ਬਿਆਨ ਦਿੱਤਾ, ਅੱਜ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ 113ਵੇਂ ਜਨਮ ਦਿਹਾੜੇ ਤੇ ਖਟਕੜ ਕਲਾਂ ਸਾਹਿਬ ਸਾਡੀ ਪਾਰਟੀ ਵਾਲਿਆਂ ਨੇ ਧਰਨਾ ਉੱਥੇ ਦਿੱਤਾ, ਉੱਥੋਂ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਦੀ ਸਟੇਟਮੈਂਟ ਹੈ ਕਿ ਅਸੀਂ ਬਹੁਤ ਜਲਦ ਸੁਪਰੀਮ ਕੋਰਟ ਚੱਲੇ ਆ ਇਹਨਾਂ ਦੇ ਅਗੇਂਸਟ। ਤਾਂ ਅਸੀਂ ਪਹਿਲੇ ਉਹਨਾਂ ਨੂੰ ਚੈਲੰਜ ਕਰਨ ਲੱਗੇ, ਬਹੁਤ ਸਾਰੀਆਂ ਸਟੇਟਾਂ ਹੋਰ ਚੈਲੰਜ ਕਰਨ ਲੱਗੀਆਂ। ਫਿਰ ਦੂਜੀ ਗੱਲ ਹੈ ਕਿ ਕੋਈ ਬਾਹਰੋਂ ਆ ਕੇ ਵਪਾਰੀ ਸਿੱਧੇ ਤੌਰ 'ਤੇ ਮਾਲ ਨਹੀਂ ਖਰੀਦ ਸਕਦਾ, ਕਿਉਂਕਿ ਦਿਸ ਇਜ਼ ਸਟੇਟ ਸਬਜੈਕਟ। ਅਸੀਂ ਉਹਦੇ ਵਿੱਚ ਅਮੈਂਡਮੈਂਟਸ ਕੀਤੀਆਂ ਨੇ। ਇਹਨਾਂ ਕਿਹਾ ਕਿ ਪੈਨ ਕਾਰਡ ਲੈ ਕੇ ਜਿਹੜਾ ਮਰਜ਼ੀ ਆ ਜੇ, ਅਸੀਂ ਕਿਹਾ ਨਾ, ਉਹਨੂੰ ਲਾਇਸੈਂਸ ਗਵਰਨਮੈਂਟ ਆਫ ਪੰਜਾਬ ਦੇਗੀ। ਜੇ ਤੁਸੀਂ ਮੰਡੀ ਬਣਾਓਗੇ, ਮੰਡੀ ਦੀ ਦੇਖ ਰੇਖ ਜਿਹੜੀ ਹੈ ਪੰਜਾਬ ਮੰਡੀ ਜਿਹੜੀ ਸਾਡੀ ਬਣੀ ਹੈ ਮੰਡੀ ਬੋਰਡ ਹੈ, ਉਹਦੀ ਦੇਖ ਰੇਖ 'ਚ ਹੋਏਗੀ। ਭਾਵੇਂ ਤੁਹਾਡੀ ਪ੍ਰਾਈਵੇਟ ਮੰਡੀ ਹੈ, ਖੋਲ ਸਕਦੇ ਹੋ ਤੁਸੀਂ, ਬਟ ਉਹਦੀ ਦੇਖ ਰੇਖ ਸਾਡੇ ਕੋਲ ਹੋਏਗੀ ਤੇ ਤੁਹਾਨੂੰ ਟੈਕਸ ਭਰਨਾ ਪਏਗਾ। ਜਿਹੜਾ ਸੈਸ ਲੱਗਦਾ ਉਹ ਤੁਹਾਨੂੰ ਬਕਾਇਦਾ ਤੌਰ, ਜਿਸ ਤਰ੍ਹਾਂ ਜੇ ਗਵਰਨਮੈਂਟ ਆਫ ਇੰਡੀਆ ਸੈਸ ਦੇ ਰਹੀ ਹੈ ਤੇ ਤੁਹਾਨੂੰ ਵੀ ਸੈਸ ਦੇਣਾ ਪਏਗਾ। ਅਸੀਂ ਵੀ ਲੋਕਾਂ ਦੇ 6,500 ਕਰੋੜ ਰੁਪਈਆ ਸੰਧੂ ਵਾਲੇ ਸਾਹਿਬ ਜੀ, ਪੰਜਾਬ ਗਵਰਨਮੈਂਟ ਜ਼ਿਮੀਂਦਾਰਾਂ, ਸਾਡੇ ਜਿਹੜੇ ਜ਼ਿਮੀਂਦਾਰ ਕਿਸਾਨ ਭਰਾ ਨੇ, ਉਹਨਾਂ ਦੀ ਬੰਬੀਆਂ ਦੇ ਬਿੱਲ ਦੀ ਸਬਸਿਡੀ ਦੇ ਰਹੀ ਹੈ 6,500 ਕਰੋੜ ਰੁਪਈਆ। ਉਹ ਗਵਰਨਮੈਂਟ ਕਿੱਥੋਂ ਪੈਸੇ ਲੈ ਕੇ ਆਏਗੀ ਜੀ? ਫਿਰ ਪਾਣੀ ਦਾ ਜੋ ਵੀ ਅਸੀਂ ਕਰ ਰਹੇ ਹਾਂ ਕਿਸਾਨਾਂ ਵਾਸਤੇ, ਇਟ ਰਿਕੁਆਇਰਸ ਮਨੀ। ਅਸੀਂ ਦੇਖ ਰਹੇ ਜਿਸ ਤਰ੍ਹਾਂ ਮੈਂ ਤੁਹਾਨੂੰ ਆ ਸੜਕਾਂ ਦੀ ਦੱਸੀ ਹੈ। ਸੋ ਇਹ ਅਸੀਂ ਕਰਨ ਲੱਗੇ ਹਾਂ। ਐਂ ਹੀ ਅਸੀਂ ਜਿਸ ਤਰ੍ਹਾਂ ਮੈਂ ਸੁਜੈਸਟ ਕੀਤਾ ਸੀ, ਮੇਰੇ ਵੱਲੋਂ ਵੀ ਆਇਆ, ਤਾਂ ਉਸੇ ਦਿਨ ਹੀ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸੁਜੈਸ਼ਨ ਆਇਆ ਕਿ ਜੀ ਸਾਰੇ ਪੰਜਾਬ ਨੂੰ ਮੰਡੀ ਡਿਕਲੇਅਰ ਕਰ ਦਿਓ ਜੀ। ਕੋਈ ਵੀ ਬਾਹਰੋਂ ਆਏਗਾ, ਵੀਕਐਂਡ ਆਪਣੇ ਗਵਰਨਮੈਂਟ ਕੋਲ ਬਕਾਇਦਾ ਤੌਰ 'ਤੇ ਪਾਵਰਸ ਹੈ ਨੇ। ਜੇ ਪਹਿਲੇ ਤੇ ਅਸੀਂ ਇੱਕ ਯਾਰਡ ਨੂੰ ਕਹੀਦਾ ਆਹੀ ਮੰਡੀ ਹੈ, ਅਸੀਂ ਸਾਰੇ ਪੰਜਾਬ ਦੀ ਸਟੇਟ ਨੂੰ ਵੀ ਮੰਡੀ ਡਿਕਲੇਅਰ ਕਰ ਸਕਦੇ ਹਾਂ ਕਿ ਸਾਰੇ ਪੰਜਾਬ ਕਿਸੇ ਵੀ ਗੁੱਠ ਤੋਂ ਕੋਈ ਚੀਜ਼ ਖਰੀਦੇਗਾ, ਸਟੇਟ ਨੂੰ ਸੈਸ ਦੇਣਾ ਪਏਗਾ। ਫਿਰ ਅਸੀਂ ਲਾਇਸੈਂਸ ਕਿਉਂ ਰੱਖਿਆ? ਪੈਨ ਵਾਲਾ ਕੱਲ੍ਹ ਨੂੰ ਫਸਲ ਲੈ ਜਾਂਦਾ ਕਿਸੇ 10 ਕਰੋੜ ਦੀ ਕਿਸੇ ਮੰਡੀ 'ਚੋਂ, ਜਾਂ 20 ਕਰੋੜ ਦੀ ਜਾਂ 50 ਕਰੋੜ ਦੀ, ਤੇ ਉਹਨੂੰ ਲੱਭੋਗੇ ਕਿੱਥੇ ਜੀ? ਜੇ ਪੈਸੇ ਲੈਣੇ ਨੇ, ਪੈਸੇ ਕਿੱਥੋਂ ਲਓਗੇ? ਇੱਥੇ ਤੇ ਜੇ ਅਸੀਂ ਲਾਇਸੈਂਸ ਲਵਾਂਗੇ, ਉਹਦੀ ਜਾਇਦਾਦ ਰੱਖੀ ਹੋਏਗੀ, ਬੈਂਕ ਦਾ ਕਲੈਟਰਲ ਰੱਖਿਆ ਹੋਏਗਾ, ਹੀ ਇਜ਼ ਆਨਸਰੇਬਲ ਟੂ ਦੀ ਸਟੇਟ ਗਵਰਨਮੈਂਟ, ਹੀ ਕੈਨੋਟ ਰਨ ਅਵੇ। ਫਿਰ ਇਹਨਾਂ ਨੇ ਹੋਰ ਕਰ ਦਿੱਤਾ, ਜਿਸ ਤਰ੍ਹਾਂ ਇੱਕ ਕੰਟਰੈਕਟ ਲੈ ਕੇ ਆਉਂਦਾ ਹੈ ਕਿ ਜੇ ਅਸੀਂ ਠੇਕੇ ਤੇ ਜ਼ਮੀਨ ਕਿਸੇ ਕੋਲ ਲੈਣੀ ਹੈ, ਠੇਕੇ ਵਾਲਾ ਆਦਮੀ ਕਚਹਿਰੀ 'ਚ ਨਹੀਂ ਜਾ ਸਕਦਾ ਜੀ। ਇਹਨਾਂ ਨੂੰ ਨਵਾਂ ਕਰ ਦਿੱਤਾ ਕਿ ਪਹਿਲੇ ਐਸਡੀਐਮ ਕੋ ਜਾਏਗਾ, ਫਿਰ ਉਹਦੀ ਅਪੀਲ ਡੀਸੀ ਕੋ ਜਾਏਗੀ, ਫਿਰ ਗਵਰਨਮੈਂਟ ਆਫ ਇੰਡੀਆ ਦੇ ਜੁਆਇੰਟ ਸੈਕਟਰੀ ਕੋ ਜਾਏਗੀ, ਫਿਰ ਇੱਕ ਐਪਲੇਟ ਅਥਾਰਟੀ ਬਣਾਉਣਗੇ ਦਿੱਲੀ ਦੇ ਵਿੱਚ, ਇਹ ਉਹਦੇ ਕੋ ਜਾਏਗੀ। ਅਸੀਂ ਜਿਹੜੀ ਅਮੈਂਡਮੈਂਟ ਕੀਤੀ ਹੈ, ਜਾਂ ਸਾਡਾ ਪਹਿਲੇ ਤੋਂ ਕੀ ਚੱਲ ਰਿਹਾ ਕਿ ਪਹਿਲੇ ਤੁਹਾਡਾ ਸੈਕਟਰੀ ਮੰਡੀ ਬੋਰਡ ਪੰਜਾਬ, ਉਹਦੇ ਕੋ ਅਪੀਲ ਜਾਂਦੀ। ਜੇ ਬਾਈ ਚਾਂਸ ਟਰੇਡਰ ਦਾ, ਵਪਾਰੀ ਦਾ ਤੇ ਜ਼ਿਮੀਂਦਾਰ ਦਾ ਕੋਈ ਪੇਚਾ ਪੈ ਜਾਂਦਾ ਜੀ,
वो जाती है सैकटरी मंडी बोर्ड को, फिर जाती है सैकटरी एग्रीकल्चर गवर्नमेंट ऑफ पंजाब को। जे उत्थे भी कोई सैटलमेंट नहीं होंदी फिर तुसी हाई कोर्ट का दरवाज़ा खटखटा दो। ਇਹਦੇ ਵਿੱਚ ਕੋਈ ਕੋਰਟ ਨਹੀਂ ਇਹਨਾਂ ਨੇ ਰਹਿਣ ਦਿੱਤਾ। ਛੋਟੀ ਜੀ ਗੱਲ ਬਾਜਵਾ ਸਾਹਿਬ, ਹਾਂਜੀ ਤੁਸੀਂ ਵੀ ਜ਼ਿਮੀਂਦਾਰਾਂ 'ਚ ਵਿਚਰਦੇ ਹੋ, ਮੈਂ ਵੀ ਵਿਚਰਦਾ। ਜਿਹੜੇ ਉਹ ਡੱਬੀਆਂ ਵਾਲਾ ਪਰਨਾ ਬੰਨ੍ਹ ਕੇ ਤੇ ਸੜਕਾਂ ਤੇ ਇਸ ਵਕਤ ਧਰਨੇ ਲਾ ਰਹੇ ਆ, ਕੱਲ੍ਹ ਨੂੰ ਕੋਈ ਵੀ ਵਪਾਰੀ ਬਾਹਰਲਾ ਭਾਵੇਂ ਲਾਇਸੈਂਸ ਲੈ ਕੇ ਆ ਗਿਆ, ਉਹ ਪੈਸੇ ਮੁੱਕਰ ਜੇ ਤੇ ਤੁਹਾਨੂੰ ਲੱਗਦਾ ਕਿ ਉਹਦੇ ਕੋਲ ਇੰਨੀ ਸਮਰੱਥਾ ਹੁੰਦੀ ਹੈ ਵੀ ਉਹ ਵਿਚਾਰਾ ਅਦਾਲਤਾਂ 'ਚ ਤੁਰਿਆ ਫਿਰੇ ਵੀ ਮੇਰਾ 25,000 ਲੈਣਾ ਜੀ, ਮੈਂ ਲੱਖ ਰੁਪਈਆ ਲੈਣਾ ਜੀ। ਇਹ ਤਾਂ ਫਸਾਉਣ ਵਾਲੀ ਗੱਲ ਨਹੀਂ ਜੀ। ਕਿੱਥੋਂ ਗਰੀਬ ਬੰਦਾ ਇਹ ਕਾਨੂੰਨੀ ਲੜਾਈਆਂ ਲੜ ਲੂਗਾ? ਇਸ ਦੇ ਵਾਲੇ ਸਭ ਇਹੀ ਤੇ ਅਸੀਂ ਕਹਿ ਰਹੇ ਹਾਂ ਕਿ ਜੇ ਗਵਰਨਮੈਂਟ ਰਹਿੰਦੀ ਸੀ ਵਿੱਚ, ਜੀ ਜਦੋਂ ਗਵਰਨਮੈਂਟ ਆਫ ਇੰਡੀਆ ਰਹਿੰਦੀ ਹੈ ਤੇ ਅਸ਼ੋਰਡ ਪੇਮੈਂਟ ਹੋ ਗਈ। ਨਹੀਂ, ਪਰ ਹੁਣ ਤਾਂ ਉਹ ਭੱਜ ਗਏ ਨਾ, FCI ਵੀ ਭੱਜ ਗਈ, ਹੁਣ ਤਾਂ ਪ੍ਰਾਈਵੇਟ ਪਲੇਅਰ ਆਊਗਾ। ਨਹੀਂ ਅਜੇ ਭੱਜੀ ਨਹੀਂ, ਭੱਜਣ ਦੀ ਤਿਆਰੀ 'ਚ। ਸਾਡਾ ਇਹੀ ਦਬਾਅ ਹੈ ਕਿ ਭੱਜੋ ਨਾ, ਇਹ ਕੰਮ ਨਾ ਕਰੋ, ਆਲਟਰਨੇਟਿਵ ਕ੍ਰੌਪਿੰਗ ਲੈ ਆਓ। ਤੁਸੀਂ ਵੇਖੋ ਅਸੀਂ ਕੀ ਕਿਹਾ, ਲੀਗਲ ਡਾਕੂਮੈਂਟ ਬਣਾ ਦਿਓ। ਜਿੱਥੇ ਤੁਸੀਂ 3 ਬਿੱਲ ਅੱਜ ਕਾਨੂੰਨ ਬਣਾਤੇ, ਚੌਥਾ ਇੱਕ ਹੋਰ ਲਿਆਓ, ਉਹਦੇ ਵਿੱਚ ਬਕਾਇਦਾ ਤੌਰ ਕਾਨੂੰਨ ਬਣਾ ਦਿਓ ਕਿ MSP ਇਹ ਇੱਕ ਲੀਗਲ ਡਾਕੂਮੈਂਟ ਹੈ ਕਿ MSP ਗਵਰਨਮੈਂਟ 100% ਖਰੀਦ ਵੀ ਕਰੇਗੀ। ਦੂਸਰੀ ਗੱਲ ਹੈ, ਕੋਈ ਜਿਹੜੀ ਆਈਟਮ MSP ਥੱਲੇ ਡਿਕਲੇਅਰਡ ਹੈ, ਉਹਦੇ ਤੋਂ ਥੱਲੇ ਕੋਈ ਟਰੇਡਰ, ਕੋਈ ਵਪਾਰੀ ਤੁਹਾਡਾ ਮਾਲ ਖਰੀਦਦਾ, ਉਹ ਉਸ ਤੇ ਫੌਜਦਾਰੀ ਕੇਸ ਦਾਇਰ ਹੋਏਗਾ ਤੇ ਨਾਲ ਜਿੰਨੇ ਵੀ ਉਹਨੇ ਪੈਸੇ, ਜਿਸ ਤਰ੍ਹਾਂ ਜੇ ਨਰਮੇ ਦਾ 5500 ਰੁਪਈਆ ਰੇਟ ਹੈ, 4500 ਦਾ ਮੇਰੇ ਕੋਲ ਲੈ ਗਏ, ਤੇ ਉਹ ਜਿਹੜਾ 1000 ਰੁਪਈਆ ਕੁਇੰਟਲ ਪਿੱਛੇ ਹੈ, ਉਹ ਕਚਹਿਰੀਆਂ ਦੇ ਜ਼ਰੀਏ ਜਾਂ ਆਪਣੀ ਜਿਹੜੀ ਵੀ ਸਾਡੀ ਐਪਲੇਟ ਕੋਰਟ ਹੈ, STM ਹੋ ਗਿਆ ਜਾਂ ਸੌਰੀ ਆਪਣਾ ਸੈਕਟਰੀ ਮੰਡੀ ਬੋਰਡ ਹੋ ਗਿਆ ਜਾਂ ਸਾਡਾ ਸੈਕਟਰੀ ਐਗਰੀਕਲਚਰ ਹੋ ਗਿਆ, ਉਹਨਾਂ ਦੀ ਮਦਾਖਲਤ ਦੇ ਨਾਲ ਪੈਸੇ ਦਵਾਏ ਜਾਣਗੇ। ਅਸੀਂ ਕਿਹਾ ਦੋ ਚੀਜ਼ਾਂ ਪਾ ਦਿਓ। ਤੇ ਤੀਜਾ ਇਹ ਗੱਲ ਕਹਿ ਦਿਓ ਕਿ ਡਾਕਟਰ ਸਵਾਮੀਨਾਥਨ ਜਿਹਦੀ ਤੁਸੀਂ ਵੀ ਸਹੁੰ ਖਾਂਦੇ ਹੋ ਕਿ C2 ਦੇ ਫਾਰਮੂਲੇ ਨਾਲ ਡਾਕਟਰ ਸਵਾਮੀ 1.5 ਗੁਣਾ ਅਸੀਂ ਜ਼ਿਮੀਂਦਾਰ ਨੂੰ ਦੇਣਾ, ਉਹਦੇ ਨਾਲ ਤੁਹਾਡਾ ਭਾਅ ਹਰ ਸਾਲ ਵੱਧਦਾ ਜਾਏਗਾ। ਤੁਸੀਂ ਇਹ 3 ਚੀਜ਼ਾਂ ਕਰ ਲਓ, ਸਾਰੇ ਜ਼ਿਮੀਂਦਾਰ ਵੀ ਖੁਸ਼ ਨੇ, ਪੋਲੀਟੀਕਲ ਪਾਰਟੀਆਂ ਵੀ ਖੁਸ਼ ਨੇ। ਇੱਕ ਮੋਟਾ ਜਿਹਾ ਸਵਾਲ ਮੇਰੇ ਦਿਮਾਗ 'ਚ ਆਉਂਦਾ ਸੀ ਬਾਈ ਸਾਹਿਬ, ਹੁਣ ਮੰਨ ਲਓ ਜੋ ਮੈਨੂੰ ਤੁਹਾਡੀਆਂ ਗੱਲਾਂ ਤੋਂ ਸਮਝ ਆਈ ਗੱਲ, ਉਹ ਇਹ ਹੈ ਕਿ ਵੀ ਗਲੋਬਲ ਮੰਡੀ ਆਪਾਂ ਇੰਡੀਆ ਨੂੰ ਡਿਕਲੇਅਰ ਕਰਨ ਜਾ ਰਹੇ ਹਾਂ, ਜਿਹਦੇ 'ਚ ਹੁਣ ਅਮਰੀਕਾ, ਆਸਟ੍ਰੇਲੀਆ, ਦੂਜੇ ਤੀਜੇ ਉਹ ਵੀ ਆਇਆ ਕਰਨਗੇ। ਤੁਸੀਂ ਖੁਦ ਮੰਨਿਆ ਵੀ 1400-1500 ਭਾਅ ਹੈ ਇੰਟਰਨੈਸ਼ਨਲ। ਹੁਣ ਅਡਾਨੀ, ਅਬਾਨੀ ਜਾਂ ਉਹਨਾਂ ਵਰਗੇ ਹੋਰ ਵੱਡੇ ਕਾਰਪੋਰੇਟ ਘਰਾਣੇ ਉਹ ਆਸਟ੍ਰੇਲੀਆ ਤੋਂ ਮੰਨ ਲਓ ਕੰਟੇਨਰ ਲੈ ਆਉਂਦੇ ਜੀ ਭਰ ਕੇ ਇੱਥੇ ਕਣਕ ਦੇ, ਅਗਲਿਆਂ ਨੂੰ ਇੱਥੇ ਪਹੁੰਚ ਕੇ ਵੀ ਜੇ 1600 ਦੀ ਪੈਂਦੀ ਹੈ ਤਾਂ ਆਪਣੇ ਵਾਲੀ ਕਣਕ 1975 ਨੂੰ ਕੌਣ ਖਰੀਦੂਗਾ ਫਿਰ? ਇਹੀ ਤੇ ਅਸੀਂ ਕਹਿ ਰਹੇ ਹਾਂ ਜੀ। ਨਹੀਂ ਪਰ ਉਹ ਇਹ ਤਾਂ ਮੰਨ ਲਓ, ਇੱਕ ਮਿੰਟ, ਮੈਂ ਪਤਾ ਕਿਉਂ ਪੁੱਛਿਆ, ਆਪਾਂ ਮੰਡੀ ਪੰਜਾਬ ਨੂੰ ਬਣਾ ਵੀ ਲਈਏ, ਅਗਲੇ ਪੰਜਾਬ ਵੜਨਗੇ ਹੀ ਨਹੀਂ, ਤੇ ਫਿਰ ਆਪਾਂ ਆਪਣੀ ਕਣਕ ਜਾਂ ਝੋਨਾ ਇੱਥੇ ਮੰਨ ਲਓ ਉਗਾ ਕੇ ਪੈਦਾ ਕਰਕੇ ਮੰਡੀ 'ਚ ਸੁੱਟ ਕੇ ਬੋਰੀਆਂ ਤੇ ਬੈਠੇ ਰਿਹਾ ਕਰਾਂਗੇ, ਉਹਦਾ ਕੀ ਹੱਲ? ਇਹ ਸਾਰੇ ਚੈਲੰਜਸ ਤੇ ਸਾਡੇ ਸਾਹਮਣੇ ਆਣੇ ਨੇ। ਇਹੀ ਅਸੀਂ ਕਹਿ ਰਹੇ ਹਾਂ ਕਿ ਇਹ ਕੰਮ ਨਾ ਕਰੋ। ਤੁਸੀਂ ਕੈਨੇਡਾ 'ਚ ਵੇਖ ਲਓ, ਤੁਸੀਂ ਅਮਰੀਕਾ 'ਚ ਵੇਖ ਲਓ, ਤੁਸੀਂ ਆਸਟ੍ਰੇਲੀਆ ਚਲੇ ਜਾਓ, ਨਿਊਜ਼ੀਲੈਂਡ ਚਲੇ ਜਾਓ, ਯੂਰਪੀਅਨ ਯੂਨੀਅਨ ਚਲੇ ਜਾਓ, ਹਰ ਜਗ੍ਹਾ ਦੇ ਉੱਤੇ ਉਹਨਾਂ ਦੀਆਂ ਸਰਕਾਰਾਂ ਕਿਸਾਨੀ 'ਚ ਕਿਤੇ ਵੀ ਕੋਈ ਲਾਭ ਹੈ ਨਹੀਂ। ਹਰ ਜਗ੍ਹਾ ਦੇ ਉੱਤੇ ਉਹਨਾਂ ਦੀਆਂ ਗਵਰਨਮੈਂਟਸ ਜਿਹੜੀਆਂ ਨੇ ਬਕਾਇਦਾ ਤੌਰ ਕਿਸਾਨਾਂ ਨੂੰ ਸਬਸਿਡਾਈਜ਼ ਕਰ ਰਹੀਆਂ। ਅਸੀਂ ਇਹ ਵੀ ਸਬਸਿਡੀ ਹੈ ਉਹ ਜਿਹੜੀ ਅਸੀਂ ਅੱਜ ਕਿਸਾਨ ਨੂੰ ਕਣਕ ਜੇ ਇੰਟਰਨੈਸ਼ਨਲ ਰੇਟ 1600 ਦਾ 2000 ਦੇ ਰਹੇ ਹਾਂ, ਦੈਟ ਮੀਨਸ ਅਸੀਂ 400 ਰਿਹਾ ਸਬਸਿਡਾਈਜ਼ ਕਰ ਰਹੇ ਹਾਂ ਸੋ ਦੈਟ ਕਿਸਾਨ ਬਚਿਆ ਰਹੇ ਜੀ, ਕਿਉਂਕਿ ਇਹ ਥੋੜਾ ਏਰੀਆ ਉਗਾਉਂਦਾ, ਖਾਣ ਵਾਲੇ ਬਹੁਤ ਜ਼ਿਆਦਾ ਨੇ। ਇਸ ਤਰ੍ਹਾਂ ਹੀ ਚਾਵਲ ਦੀ ਪੋਜੀਸ਼ਨ ਹੈ। ਗਵਰਨਮੈਂਟ ਆਫ ਇੰਡੀਆ ਨੂੰ ਕੋਈ 35-40 ਹਜ਼ਾਰ ਕਰੋੜ, ਪਹਿਲੀ ਗੱਲ ਤੇ ਜੇ ਇਹ ਆਪਣੇ ਮਹਿਕਮੇ ਨੂੰ ਚੰਗੀ ਤਰ੍ਹਾਂ ਸਾਂਭ ਲੈਣ ਤੇ 5-7-10 ਹਜ਼ਾਰ ਤੋਂ ਵੱਧ ਦਾ ਨੁਕਸਾਨ ਨਹੀਂ ਹੋ ਸਕਦਾ। ਤੇ ਜੇ 5-7-10 ਹਜ਼ਾਰ ਦਾ ਨੁਕਸਾਨ ਹੁੰਦਾ ਤਾਂ ਤੁਸੀਂ ਇਹ ਤੇ ਵੇਖੋ ਕਿ ਤੇਲ ਚੋਂ ਕਿੰਨੇ ਪੈਸੇ ਆਏ ਨੇ। ਵੇਖੋ ਬਕਾਇਦਾ ਤੌਰ ਇਹਨਾਂ ਨੇ ਕਾਨੂੰਨ ਬਣਾਇਆ ਸੀ ਕਿ ਕੱਚਾ ਤੇਲ ਉਹਦੀ ਹਰ ਰੋਜ਼ ਕੀਮਤ ਖੁੱਲੇਗੀ। ਜੇ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਥੱਲੇ ਚਲਾ ਜਾਏਗਾ, ਓਨਾ ਹੀ ਡੀਜ਼ਲ, ਓਨਾ ਹੀ ਪੈਟਰੋਲ ਸਸਤਾ ਹੋ ਜਾਏਗਾ। ਤੁਸੀਂ ਵੇਖਿਆ ਜਿੰਨਾ ਪੈਟਰੋਲ ਤੇ ਡੀਜ਼ਲ, ਕੱਚਾ ਤੇਲ ਸਸਤਾ ਹੋਇਆ ਪਿਛਲੇ ਦਿਨਾਂ ਦੇ ਵਿੱਚ 10 ਵਾਰ ਇਹਨਾਂ ਨੇ ਜਾਂ 20 ਵਾਰ ਉਹਦੇ ਰੇਟ ਵਧਾ ਲਏ ਨੇ। ਕਿੰਨਾ ਪੈਸਾ ਇਹਨਾਂ ਨੂੰ ਇੱਕ ਪਾਸਿਓਂ ਫਲੋ ਆ ਰਿਹਾ, ਉਹਨੂੰ ਕੰਪਨਸੇਟ ਤਾਂ ਕਿਸਾਨ ਨੂੰ ਵੇਖੋ ਕਿਤੇ ਨਾ ਕਿਤੇ ਕਰਨਾ ਪੈਣਾ। ਜੇ ਤੇ ਓਪਨ ਮਾਰਕੀਟ ਹੋ ਗਈ ਫਿਰ ਆ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ, ਫਿਰ ਇਹ ਹੱਥਾਂ ਪੈਰਾਂ ਦੀ ਪੈ ਜਾਣੀ ਸਾਰਿਆਂ ਨੂੰ। ਜੀ ਗੱਲ ਬਿਲਕੁਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ, ਇਸੇ ਗੱਲ ਦੀ ਸਾਡੀ ਲੜਾਈ ਹੈ ਸਾਰੇ। ਅੱਛਾ, ਇਹਦੇ 'ਚ ਜਿਹੜੀ ਇੱਕ ਗੱਲ ਮੈਂ ਹੋਰ ਸਮਝਣੀ ਚਾਹੁੰਦਾ, ਮੈਂ ਬੜੀ ਦੇਰ ਤੋਂ ਸੁਣਦਾ ਆ ਰਿਹਾ ਕਿ ਜਿਹੜੀਆਂ ਸਬਸਿਡੀਜ਼ ਨੇ ਉਹ ਐਗਰੀਕਲਚਰ ਦੇ ਉੱਪਰ ਖਤਮ ਕਰੋ। ਇਹ WTO ਦਾ ਸਮਝੌਤਾ ਵੀ ਕਹਿੰਦਾ ਵੀ ਤੁਸੀਂ ਕਿਸਾਨ ਨੂੰ ਸਬਸਿਡੀ ਨਹੀਂ ਦੇਣੀ। ਜਿੱਦਾਂ ਮੋਦੀ ਸਰਕਾਰ ਜਦੋਂ ਦੀ ਬਣੀ ਆ, ਮੈਂ ਇੱਕ ਬੜੀ ਸਿੰਪਲ ਜਿਹੀ ਉਦਾਹਰਨ ਗੈਸ ਸਿਲੰਡਰ ਦੀ ਦਿੰਦਾ ਵੀ ਪਹਿਲਾਂ ਉਹ ਕਹਿੰਦੇ ਜੀ ਤੁਸੀਂ ਸਬਸਿਡੀ ਆਪਣੀ ਛੱਡ ਦਿਓ, ਸਬਸਿਡੀ ਛੱਡ ਦਿਓ। ਫਿਰ ਉਹ ਕੁਝ ਲੋਕਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਦਿੱਤੀ ਵੀ, ਪਰ ਉਸ ਤੋਂ ਬਾਅਦ ਹੌਲੀ ਹੌਲੀ ਉਹ ਆਪਣੇ ਆਪ ਹੀ ਬੰਦ ਹੋ ਗਈ। ਇਹ ਜਿਹੜਾ ਤਰੀਕਾ ਹੈ ਵੀ ਜੇ ਸਬਸਿਡੀ ਦੇ ਦਿੱਤੀ ਜਾਵੇ ਤੇ ਉਹਦੇ ਨਾਲ ਘੱਟੋ ਘੱਟ ਇਹ ਤਾਂ ਕਲੀਅਰ ਹੋ ਜਾਊਗਾ ਨਾ ਵੀ ਕਿਸ ਬੰਦੇ ਨੂੰ ਵਾਕਿਆ ਹੀ ਲੋੜ ਹੈ, ਕਿਸ ਬੰਦੇ ਨੂੰ ਨਹੀਂ ਲੋੜ। ਮੈਂ ਇਹ ਨਹੀਂ ਕਹਿੰਦਾ ਵੀ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਦੇ ਦਿਓ, ਜਿਹਦੀ ਰੋਟੀ ਪੱਕਦੀ ਹੈ ਉਹਨੂੰ ਨਾ ਦਿਓ,
ਪਰ ਜਿਹੜਾ ਵਿਚਾਰਾ ਮਰਦਾ ਕੋਈ 1.5-2 ਕਿੱਲਿਆਂ ਵਾਲਾ, ਘੱਟੋ ਘੱਟ ਉਹਦੇ ਜਿੰਮੇ ਤਾਂ ਪਾ ਦਿਓ, ਕੋਈ ਇਹੋ ਜਿਹਾ ਹੱਲ ਵੀ ਹੋ ਸਕਦਾ ਸਬਸਿਡੀ ਵਾਲਾ। ਮੈਂ ਤੁਹਾਨੂੰ ਇਹ ਦੱਸਣ ਲੱਗਾ ਗੁਰਪ੍ਰੀਤ ਜੀ, ਤੁਸੀਂ ਹੈਰਾਨ ਹੋਵੋਗੇ ਜਿਸ ਦਿਨ ਇਹ 20 ਸਪਟੈਂਬਰ ਵਾਲੇ ਦਿਨ ਇਹ ਆਰਡੀਨੈਂਸਸ ਆਉਂਦੇ ਨੇ ਜੀ ਸਾਡੀ ਪਾਰਲੀਮੈਂਟ ਦੇ ਵਿੱਚ, ਉਸੇ ਦਿਨ ਗਵਰਨਮੈਂਟ ਆਫ ਇੰਡੀਆ ਤਕਰੀਬਨ 1,45,000 ਕਰੋੜ ਰੁਪਈਆ ਕਾਰਪੋਰੇਟਸ ਨੂੰ ਮਾਫ ਕਰਦੀ ਹੈ ਜੀ, ਜਿਹੜਾ ਐਨਪੀਏ ਬੈਂਕਾਂ ਦਾ। ਹਾਂ, ਜਿਹੜਾ ਉਹ ਕੀਤਾ ਹੈ ਉਹਦੇ ਵਿੱਚ 20 ਸਪਟੈਂਬਰ 2000 ਦ ਗਵਰਨਮੈਂਟ ਆਫ ਇੰਡੀਆ ਆਰਡੀਨੈਂਸ ਇਹਨਾਂ ਕੀਤਾ 19 ਦੇ ਵਿੱਚ 20 ਸਪਟੈਂਬਰ 19 ਦੇ ਵਿੱਚ 1,45,000 ਕਰੋੜ ਰੁਪਈਆ ਉਹਨਾਂ ਨੂੰ ਛੱਡਿਆ। ਸਾਲ ਬਾਅਦ ਆ ਸਾਡੇ ਨਾਲ ਇਹ ਕਰ ਦਿੱਤਾ। ਕਿਸਾਨ ਨੂੰ ਜੇ ਤੁਸੀਂ ਸਬਸਿਡੀ ਕਰ ਰਹੇ ਹੋ, ਤੁਸੀਂ ਵੇਖੋ ਉਹਨਾਂ ਨੂੰ ਇੰਡਸਟਰੀਲਿਸਟ ਨੂੰ ਕਿੰਨੀ ਵੱਡੀ ਸਬਸਿਡੀ ਦੇ ਰਹੇ ਹੋ, ਤੇ ਉਹ ਜਿਹੜੇ ਉਹ ਵੱਡੇ ਮਲਟੀਨੈਸ਼ਨਲ ਉਹ ਲੋਕਾਂ ਦਾ ਪੈਸਾ ਹੀ ਹੈ। ਇਹ ਜਿਹੜਾ ਪੈਸਾ ਚੁੱਕਦੇ ਨੇ ਬੈਂਕਾਂ ਕੋ ਕਿਹਦਾ, ਇਹ ਪਬਲਿਕ ਬਣੀ ਹੈ ਜੀ ਜੀ, ਉਹ ਤੇ ਅਸੀਂ ਪੈਸਾ ਵਾਪਸ ਨਹੀਂ ਕਰਾ ਪਾਉਂਦੇ। ਤੇ ਹੁਣ ਜ਼ਿੰਮੇਦਾਰਾਂ ਨੂੰ ਜਦੋਂ ਤੁਸੀਂ ਖੁੱਲਾ ਉਹਨਾਂ ਕੋ ਸੁੱਟ ਦਿੱਤਾ, ਇਹਨਾਂ ਕੋ ਪੈਸੇ ਕੌਣ, ਗਵਰਨਮੈਂਟ ਆਫ ਇੰਡੀਆ ਪੈਸੇ ਨਹੀਂ ਵਾਪਸ ਕਰਾ ਪਾ ਰਹੀ ਆਪਣੇ। ਜਿਹੜੇ ਵੱਡੇ ਲੋਕਾਂ ਦੇ ਕੋਲ ਕਿਸੇ ਕੋ 50,000 ਕਰੋੜ, ਕਿਸੇ ਕੋ ਲੱਖ ਕਰੋੜ ਰੁਪਈਆ, ਗਵਰਨਮੈਂਟ ਆਫ ਇੰਡੀਆ ਵਾਪਸੀ ਨਹੀਂ ਕਰਵਾ ਪਾ ਰਹੀ, ਤੇ ਕਿਸਾਨਾਂ ਤੇ ਕਿਸ ਤਰ੍ਹਾਂ ਕਰਾਵਾਂਗੇ। ਵੇਖੋ ਇਹ ਤੇ ਸਬਸਿਡੀ ਤੇ ਚਲਾਣੀ ਹੀ ਪਏਗੀ। ਇਹਦਾ ਰਸਤਾ ਲੱਭਿਆ ਜਾ ਸਕਦਾ, ਜਿਸ ਤਰ੍ਹਾਂ ਤੁਸੀਂ ਕਿਹਾ, ਇਹਦੀ ਫਾਈਨ ਟਿਊਨਿੰਗ ਕੀਤੀ ਜਾ ਸਕਦੀ ਹੈ। ਜਿਹੜਾ ਮਾਰਜਨਲ ਫਾਰਮਰ ਹੈ, ਘੱਟ ਤੋਂ ਘੱਟ 5-7 ਏਕੜ 10 ਏਕੜ ਤੱਕ ਦਾ, ਉਹਨੂੰ ਬਕਾਇਦਾ ਤਾਂ ਡਾਇਰੈਕਟ ਸਬਸਿਡਾਈਜ਼, ਜੇ ਤੁਸੀਂ ਇੱਕ ਪਾਸਿਓਂ ਸਬਸਿਡੀ ਜਾਂ ਫਰਟੀਲਾਈਜ਼ ਸਬਸਿਡੀ ਤੁਸੀਂ ਰੋਕਣੀ ਹੈ ਤਾਂ ਸਿੱਧਾ ਕੈਸ਼ ਦੇ ਦਿਓ। ਬਿਲਕੁਲ ਸਹੀ। ਤਾਂ ਉਹੀ ਜੇ ਮੰਨ ਲਓ ਤੁਸੀਂ ਕਹਿੰਦੇ ਵੀ ਮਾਰਕੀਟ ਰੇਟ ਤੇ ਏਜੰਟਸ ਚੱਕਣੀ ਚੱਕ ਲਓ, ਪਰ ਜੋ ਤੁਸੀਂ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਵੀ ਜਿਹੜਾ 300-400 ਰੁਪਈਆ ਉਹਨੂੰ ਸਬਸਿਡੀ ਦਾ ਰੂਪ ਬਣਾ ਕੇ ਦੇ ਦਿਓ, ਐਮਐਸਪੀ ਨਾ ਕਹੋ। ਨਹੀਂ, ਉਹ ਕੁਝ ਵੇਖੋ ਇਹ ਚੀਜ਼ਾਂ ਤੇ ਜਦੋਂ ਗਵਰਨਮੈਂਟ ਇਹ ਧਿਆਨ ਕਰੇਗੀ ਇਹਨਾਂ ਗੱਲਾਂ ਵੱਲ, ਤੇ ਮੇਰਾ ਖਿਆਲ ਰਸਤਾ ਤੇ ਲੱਭ ਸਕਦਾ ਹੈ। ਬਟ ਉਹਦੇ ਵਿੱਚ ਇਹ ਹੈ ਕਿ ਗਵਰਨਮੈਂਟ, ਵੇਖੋ 2-3 ਚੀਜ਼ਾਂ ਹੁੰਦੀਆਂ ਨੇ। ਕੋਈ ਸਰਕਾਰਾਂ ਨੇ ਉਹ ਕਾਰਪੋਰੇਟ ਨੂੰ ਤੇ ਬਿਜ਼ਨਸ ਹਾਊਸਿਸ ਨੂੰ ਐਡਵਾਂਟੇਜ ਦਿੰਦੀਆਂ ਨੇ, ਉਹਨਾਂ ਦੀ ਪਾਲਿਸੀ ਡਿਸੀਜਨ ਕੁਝ ਹੁੰਦੀਆਂ ਨੇ, ਉਹ ਕਹਿੰਦੀਆਂ ਕਾਰਪੋਰੇਟ ਭਾਵੇਂ ਇੱਥੇ ਪਣਪੇ ਤੇ ਭਾਵੇਂ ਨਾ ਪਣਪੇ, ਜਿਹੜਾ ਗਰੀਬ ਲੋਕ ਨੇ ਜਾਂ ਕਿਸਾਨੀ, ਅਸੀਂ ਉਹਨਾਂ ਨੂੰ ਜ਼ਰੂਰ ਜਿਉਂਦਿਆਂ ਰੱਖਣਾ। ਤਾਂ ਇਹ ਇਸ ਟਾਈਮ ਦੀ ਮੌਜੂਦਾ ਗਵਰਨਮੈਂਟ ਜਿਹੜੀ ਹੈ ਉਹ ਜ਼ਿਆਦਾ ਕਾਰਪੋਰੇਟਸ ਵੱਲ, ਈਜ਼ ਆਫ ਡੂਇੰਗ ਬਿਜ਼ਨਸ, ਵਰਲਡ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ, ਅਮਰੀਕਾ ਦਾ, ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਲਿਸੀਜ਼ ਆਪਣੀਆਂ ਫਰੇਮ ਕਰ ਰਹੀ ਹੈ। ਤਾਂ ਦੋ ਹੀ ਚੀਜ਼ਾਂ ਨੇ, ਇੱਕ ਪਾਸੇ ਗਰੀਬ ਕਿਸਾਨ ਹੈ, ਇੱਕ ਪਾਸੇ ਅਮੀਰ ਹਿੰਦੁਸਤਾਨ ਦਾ ਜਿਹੜਾ ਵੱਡਾ ਵਪਾਰੀ ਹੈ। ਹੁਣ ਦੋਨਾਂ 'ਚ ਇੱਕ ਹੀ ਰੱਖਿਆ ਜਾ ਸਕਦਾ, ਜਾਂ ਤੇ ਕਿਸਾਨ ਬਚਾਇਆ ਜਾ ਸਕਦਾ ਜਾਂ ਵਪਾਰੀ ਬਚਾਇਆ ਜਾ ਸਕਦਾ। ਬਿਲਕੁਲ ਸਹੀ। ਤਾਂ ਇਹ ਦਿਸ ਇਜ਼ ਵਾਟ ਦ ਗਵਰਨਮੈਂਟ ਹੈਜ਼ ਟੂ ਟੇਕ ਅ ਡਿਸੀਜਨ ਜੀ। ਇੱਕ ਸਵਾਲ ਹੁਣ ਜਾਂਦੇ ਇਹ ਹੈ ਕਿ ਵੀ ਜੇ ਇਦਾਂ ਹੀ ਆ, ਮੰਨ ਲਓ ਵੀ ਅਗਲੇ ਕਹਿੰਦੇ ਵੀ ਆਪਾਂ ਹੁਣ ਜੋ ਮੋਹਰ ਲਾਤੀ ਭਾਈ ਸਾਹਿਬ, ਅਕਾਲੀ ਦਲ ਨੇ ਸਾਡਾ ਸਾਥ ਸੱਟਣਾ ਹੀ ਛੱਡਤਾ, ਇਹ ਸਾਰੇ ਕੁਛ ਨੂੰ ਦੇਖਦਿਆਂ 2022 ਸਾਹਮਣੇ ਖੜੀ ਹੈ। ਬੀਜੇਪੀ ਦਾ ਇਹ ਮੋਟਿਵ ਹੈ ਕਿ ਵੀ ਆਪਾਂ ਪੂਰੇ ਇੰਡੀਆ 'ਚ ਰਾਜ ਕਰਨਾ ਐਂਡ ਪੰਜਾਬ 'ਚ ਵੀ ਕਰਨਾ। ਸਾਨੂੰ ਲੱਗਦਾ, ਕਿਉਂਕਿ ਐਜ਼ ਏ ਪੋਲੀਟੀਸ਼ੀਅਨ ਤੁਹਾਨੂੰ ਪਤਾ ਲੋਕਾਂ ਦੀ ਨਬਜ਼ ਦਾ, ਪੰਜਾਬੀਆਂ ਦਾ, ਉਹ ਕਰ ਸਕਦੇ ਸਾਰੇ ਕੁਛ ਨਾਲ, ਜਿੰਨਾ ਕੁਛ ਪੰਜਾਬ ਦੇ ਨਾਲ ਜੇ ਇੱਦਾਂ ਹੀ ਧੱਕਾ ਚੱਲਦਾ ਰਿਹਾ ਤੇ ਰਾਜ ਕਰ ਸਕਦੇ ਕੱਲ੍ਹ ਨੂੰ ਪੰਜਾਬ 'ਤੇ। ਦੇਖੋ ਪੰਜਾਬ ਤੇ ਰਾਜ ਤੇ ਨਹੀਂ ਹੋਣਾ, ਬਟ ਇਹ ਜ਼ਰੂਰ ਹੈ ਕਿ ਕਈ ਵਾਰ ਇਹ ਵੀ ਸੋਚ ਆ ਜਾਂਦੀ ਹੈ, ਬਹੁਤ ਸਾਰੀਆਂ ਪਾਰਟੀਆਂ ਨੇ, ਸਾਡੀਆਂ ਪਾਰਟੀਆਂ ਨੇ ਵੀ ਪਾਸ ਦੇ ਵਿੱਚ ਬਹੁਤ ਵੱਡੇ ਬਲੰਡਰਸ ਕੀਤੇ ਨੇ, ਕਈ ਵਾਰ ਮਿਸਕੈਲਕੂਲੇਟ ਕਰ ਲਿਆ। ਵੇਖੋ ਸਾਰਿਆਂ ਨੂੰ ਵੱਡੀ, ਗੁਰਪ੍ਰੀਤ ਜੀ, ਵੱਡੀ ਮਿਸਕੈਲਕੂਲੇਸ਼ਨ ਕੀ ਹੈ, ਮੈਨੂੰ ਜਿਹੜਾ ਖਦਸ਼ਾ ਹੈ, ਇੱਕ ਪਾਸੇ ਤੇ ਅਸੀਂ 60%, ਇਹ 6% ਜ਼ਿਮੀਦਾਰ, ਜਿਹੜਾ ਸ਼ਾਂਤਾ ਕੁਮਾਰ ਦੀ ਰਿਪੋਰਟ ਸੀ ਕਿ ਐਮਐਸਪੀ ਕੱਲੀ 6% ਜ਼ਿਮੀਦਾਰਾਂ ਨੂੰ ਆਉਂਦੀ, ਉਹ ਪੰਜਾਬ ਦਾ, ਹਰਿਆਣੇ ਦਾ, ਵੈਸਟਰਨ ਯੂਪੀ ਦਾ। ਜੀ ਜੀ। ਬਟ 6% 60% ਹਿੰਦੁਸਤਾਨ ਦੀ ਸੈਂਟਰਲ ਪੂਲ 'ਚ ਫਸਲ ਦੇ ਰਿਹਾ ਸੀ, ਖਾਣ ਪੇਟ ਪਾਲ ਰਿਹਾ ਸੀ। 50% ਅਸੀਂ ਹਿੰਦੁਸਤਾਨ ਦੀਆਂ ਆਰਮਡ ਫੋਰਸਿਸ, ਪੈਰਾਮਿਲਟਰੀ ਫੋਰਸਿਸ, ਸਾਡੇ ਨੌਜਵਾਨ ਬੱਚੇ ਇਹਨਾਂ ਸੂਬਿਆਂ ਦੇ, ਜਿਹੜਾ ਪੁਰਾਣਾ ਪੰਜਾਬ ਸੀ ਉਹਦੇ, ਹਿਮਾਚਲ ਦੇ ਲਾ ਲਓ, ਪੰਜਾਬ ਦੇ ਲਾ ਲਓ, ਹਿਮਾਚਲ ਦੇ ਲਾ ਲਓ, ਸੌਰੀ ਹਰਿਆਣੇ ਦੇ ਲਾ ਲਓ, ਤੇ ਵੈਸਟਰਨ ਯੂਪੀ ਦੇ ਸਾਡੇ ਬੱਚੇ ਪੈਰਾਮਿਲਟਰੀ ਫੋਰਸਿਸ 'ਚ ਨੇ, ਸਾਡੇ ਇੰਡੀਅਨ ਆਰਮੀ 'ਚ ਨੇ। ਅੱਜ ਗਲਵਾਨ ਵੈਲੀ ਦੇ ਵਿੱਚ ਅੱਜ ਤੁਸੀਂ ਵੇਖ ਲਓ, ਪੰਜਾਬ ਦੇ ਨੌਜਵਾਨ ਬੱਚੇ ਨੇ ਜਿਹੜੇ ਚੀਨ ਦੇ ਨਾਲ ਮੁਕਾਬਲਾ ਕਰ ਰਹੇ ਨੇ। ਕਸ਼ਮੀਰ ਵੈਲੀ ਦੇ ਵਿੱਚ ਮੈਜੋਰਿਟੀ ਸਾਡੇ ਇਸੇ ਖਿੱਤੇ ਦੇ ਸਾਡੇ ਨੌਜਵਾਨ ਬੱਚੇ ਨੇ। ਪੰਜਾਬ ਦਾ ਬਾਰਡਰ, ਰਾਜਸਥਾਨ ਦਾ ਬਾਰਡਰ, ਇਹ ਇੱਕ ਬਹੁਤ ਵੱਡੀ ਹਿੰਦੁਸਤਾਨ ਦੀ ਯੂਨਿਟੀ ਨੂੰ, ਜਿਹੜਾ ਹਿੰਦੁਸਤਾਨ ਦਾ ਬਾਰਡਰਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲਾ ਜਿਹੜਾ 100 ਡਾਮ ਹੈ। ਵੇਖੋ 1965 ਤੇ 71 ਦੀ ਜੰਗ ਤੁਸੀਂ ਆਪ, ਤੁਹਾਨੂੰ ਪਤਾ ਹੋਣੀ, ਸਾਡੇ ਜ਼ਿਮੀਦਾਰ ਭਰਾਵਾਂ ਨੇ ਬਾਰਡਰ ਦੇ ਏਰੀਆ ਨੇ ਬਰਾਬਰ ਕਦਮ ਨਾਲ ਕਦਮ ਰਲਾ ਕੇ, ਮੋਢੇ ਨਾਲ ਮੋਢਾ ਰਲਾ ਕੇ, ਇੰਡੀਅਨ ਆਰਮੀ ਦਾ ਸਾਥ ਦੇ ਕੇ ਤੇ ਅਸੀਂ ਦੋਨੋਂ ਜੰਗਾਂ ਜਿੱਤੀਆਂ ਨੇ ਪਾਕਿਸਤਾਨ ਦੇ ਖਿਲਾਫ। ਸੋ ਇਹਨੂੰ ਨਜ਼ਰਅੰਦਾਜ਼, ਸਿਕਿਉਰਿਟੀ ਐਸਪੈਕਟ ਨੂੰ ਨਹੀਂ ਕਰਨਾ ਚਾਹੀਦਾ। ਵੇਖੋ ਚਾਈਨਾ ਨਾਲ ਸਾਨੂੰ ਆਈਬਾਲ ਟੂ ਆਈਬਾਲ ਲੜਾਈ ਚੱਲ ਰਹੀ ਹੈ। ਡਿਫੈਂਸ ਮਿਨਿਸਟਰ ਸਾਹਿਬ ਦਾ, ਰਾਜਨਾਥ ਸਿੰਘ ਜੀ ਦਾ, ਐਤਕੀ ਹੀ ਐਸੇ ਸੈਸ਼ਨ
ਉਹਨਾਂ ਨੇ ਦੋਨੋਂ ਹਾਊਸਸ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਹੈ, ਰਾਜ ਸਭਾ 'ਚ ਵੀ ਤੇ ਲੋਕ ਸਭਾ 'ਚ ਵੀ, ਜਿਹਦੇ 'ਚ ਉਹਨਾਂ ਕਿਹਾ ਕਿ ਕਿਸੇ ਟਾਈਮ ਵੀ ਚਾਈਨਾ ਦੇ ਨਾਲ ਵਾਰ ਵਾਲੀ ਸਥਿਤੀ, ਜੰਗ ਵਾਲੀ ਸਥਿਤੀ ਬਣ ਸਕਦੀ। ਜੰਮੂ ਕਸ਼ਮੀਰ ਔਨ ਦੀ ਬੋਇਲ ਹੈ, ਇਟਸ ਅ ਮੈਜੋਰਿਟੀ ਮੁਸਲਿਮ ਸਟੇਟ। ਪੰਜਾਬ ਦੇ ਵਿੱਚ 15 ਸਾਲ ਸੰਧੇਵਾਲੀਆ ਸਾਹਿਬ ਅੱਤਵਾਦ ਰਹਿ ਚੁੱਕਿਆ ਹੈ। ਐਂਡ ਮੈਂ ਇਹ ਵੀ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਇੱਕ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਣਾ ਚਾਹੁੰਦਾ, ਉਹ ਵੀ ਜਿਹੜੀ ਮੂਵਮੈਂਟ ਸੀ ਉਹ ਭਾਵੇਂ ਬਾਅਦ ਦੇ ਵਿੱਚ ਉਹ ਧਾਰਮਿਕ ਉਹ ਸਿਚੁਏਸ਼ਨ ਉਹ ਧਾਰਮਿਕ ਹੱਥਾਂ ਵਿੱਚ ਚਲੀ ਗਈ। ਬੇਸਿਕਲੀ ਜਦੋਂ ਇਕਨੋਮਿਕ ਕਾਰਨ ਪੰਜਾਬ ਦੇ ਵਿੱਚ ਜੋ ਇਕਨੋਮਿਕ ਪੋਜੀਸ਼ਨ ਕਿਸਾਨਾਂ ਦੀ ਕਮਜ਼ੋਰ ਹੁੰਦੀ ਹੈ, ਉਹ ਵੀ ਇੱਕ ਇਕਨੋਮਿਕ ਮੂਵਮੈਂਟ ਸੀ। ਤੋ ਕਿਸਾਨਾਂ ਨੂੰ ਜਦੋਂ ਵੀ, ਅੱਛਾ ਇਸ ਤੋਂ ਤੁਸੀਂ ਥੋੜਾ 20 ਸਾਲ ਪੁਰਾਣਾ ਸਾਡਾ ਸਾਈਕਲ ਰਿਹਾ, ਮੈਂ ਤੁਹਾਨੂੰ ਦੱਸਣਾ 20 ਸਾਲ ਪਿੱਛੇ ਚਲੇ ਜਾਓ, ਨੈਕਸਲਾਈਟਾਂ ਦੀ ਮੂਵਮੈਂਟ ਸੀ, ਉਹ ਵੀ ਕਿਸਾਨੀ ਨਾਲ ਜੁੜੀ ਸੀ। ਉਸ ਤੋਂ 20-25 ਸਾਲ ਪਿੱਛੇ ਚਲੇ ਜਾਓ, ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਵਾਲੀ ਜਿਹੜੀ ਮੂਵਮੈਂਟ ਸੀ, ਉਹ ਵੀ ਕਿਸਾਨੀ ਨਾਲ ਜੁੜੀ ਸੀ। ਉਹਨਾਂ ਦੇ ਚਾਚੇ, ਉਹਨਾਂ ਦਾ ਪਰਿਵਾਰ ਸਾਰਾ ਕਿਸਾਨੀ ਨਾਲ ਜੁੜਿਆ। ਜੇ ਤੁਸੀਂ ਬੰਦਾ ਸਿੰਘ ਬਹਾਦਰ ਦੀ ਮੂਵਮੈਂਟ ਵੇਖਦੇ ਹੋ ਜੀ, ਉਹ ਵੀ ਜਿਹੜੀ ਹੈ ਕਿਸਾਨੀ ਨਾਲ ਜੁੜੀ ਮੂਵਮੈਂਟ ਸੀ। ਜਿਹੜੇ ਪੈਲੀਆਂ ਵਾਹਣ ਵਾਲੇ ਸੀ ਉਹਨਾਂ ਨੂੰ ਉਹਨਾਂ ਨੇ ਫਿਰ ਮਾਲਕ ਬਣਾਇਆ। ਜਿਹੜਾ ਮੁਗਲ ਰਾਜ ਦਾ ਉਸ ਟਾਈਮ ਉਹਨਾਂ ਨੇ ਲਾਇਆ ਹੁੰਦਾ ਜਜ਼ੀਆ ਲਾਇਆ ਸੀ, ਉਹਨਾਂ ਕਿਹਾ ਅਸੀਂ ਜਜ਼ੀਆ ਪੇ ਨਹੀਂ ਕਰਾਂਗੇ, ਅਸੀਂ ਜਿਹੜੇ ਜ਼ਮੀਨ ਵਾਹਣ ਵਾਲੇ ਨੇ ਉਹਨਾਂ ਨੂੰ ਅਸੀਂ ਮਾਲਕ ਬਣਾਵਾਂਗੇ। ਸੋ ਇਹ ਮੂਵਮੈਂਟ ਪੰਜਾਬ ਦੀ 30 ਸਾਲ 25-30 ਸਾਲ ਦੀ ਹਮੇਸ਼ਾ ਚੱਲਦੀ ਆਈ ਹੈ। ਇਸ ਟਾਈਮ ਗਵਰਨਮੈਂਟ ਆਫ ਇੰਡੀਆ ਨੂੰ ਇਸ ਚੀਜ਼ ਨੂੰ ਬਹੁਤ ਡੂੰਘਾਈ ਨਾਲ ਸੋਚਣਾ ਚਾਹੀਦਾ। ਮੈਂ ਸਮਝਦਾ ਅਜੇ ਇਹਨੂੰ ਠੰਡੇ ਬਸਤੇ 'ਚ ਪਾਉਣ ਸਾਰੇ ਕੰਮ ਨੂੰ। 10 ਕੁ ਸਾਲ ਦਾ ਟਾਈਮ ਪੰਜਾਬ ਤੇ ਹਰਿਆਣਾ ਤੇ ਵੈਸਟਰਨ ਯੂਪੀ ਦੇ ਕਿਸਾਨ ਨੂੰ ਦੇਣ, ਜੁਆਇੰਟਲੀ ਅਸੀਂ ਸੈਂਟਰ ਤੇ ਅਸੀਂ ਕੰਮ ਕਰੀਏ, ਸੋ ਦੈਟ ਕੋਈ ਇਹੋ ਜਿਹੀਆਂ ਫਸਲਾਂ ਲੈ ਕੇ ਆ ਸਕੀਏ ਕਿ ਸੈਂਟਰ ਤੇ ਨਿਰਭਰ ਪੰਜਾਬ ਨੂੰ ਤੇ ਹਰਿਆਣੇ ਤੇ ਕਿਸਾਨੀ ਨੂੰ ਨਾ ਰਹਿਣਾ ਪਏ, ਉਹ ਆਪਣੇ ਆਪ ਨਿਰਭਰ ਹੋ ਜਾਏ। ਅਜੇ ਤੱਕ ਅਸੀਂ ਬਿਲਕੁਲ 100% ਉਹਨਾਂ ਤੇ ਨਿਰਭਰ ਹਾਂ। ਅਚਾਨਕ ਜੇ ਤੁਸੀਂ ਅੱਜ ਬਾਂਹ ਛਡਾ ਲੋਗੇ ਤੇ ਕਿਸਾਨ ਵਾਸਤੇ ਕੋਈ ਰਸਤਾ ਨਹੀਂ ਰਹਿ ਜਾਏਗਾ ਜੀ। ਬਿਲਕੁਲ ਸਹੀ। ਮੇਰਾ ਖਿਆਲ ਬਾਜਵਾ ਸਾਹਿਬ ਤੁਸੀਂ ਆਏ ਐਂਡ ਜਿੰਨੀ ਡਿਟੇਲ ਤੁਸੀਂ ਇਹ ਸਾਰੀਆਂ ਗੱਲਾਂ ਸਮਝਾਈਆਂ, ਬਹੁਤ ਸਾਰੇ ਸਾਡੇ ਪਿੰਡਾਂ ਥਾਵਾਂ 'ਚ ਬੈਠੇ ਜਿਹੜੇ ਆਮ ਕਿਸਾਨ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਵੀ ਸਮਝ ਆ ਗਈਆਂ ਹੋਣੀਆਂ। ਪਰ ਚਲੋ ਤੁਸੀਂ ਇੱਕ ਆਸ ਉਮੀਦ ਜਤਾਈ ਹੈ, ਇੰਨਾ ਕੁ ਤੇ ਕਹਿ ਜਾਓ ਕਿ ਵੀ ਅਜੇ ਆਸ ਰੱਖੀਏ ਕਿ ਛੱਡ ਦਈਏ? ਨਹੀਂ, 100%। ਵੇਖੋ, ਇੱਕ ਮੈਂ ਤੁਹਾਨੂੰ ਦੱਸਾਂ, ਸਿਕੰਦਰੇ ਆਜ਼ਮ ਜਿਹੜਾ ਸੀ ਉਹ ਪੰਜਾਬ ਦੇ ਲੋਕਾਂ ਨੇ ਉਹਦਾ ਜਿਹੜਾ ਰੱਥ ਸੀ ਉਹਨੂੰ ਇੱਥੇ ਰੋਕ ਲਿਆ ਸੀ ਜੀ। ਗਜ਼ਨਵੀ ਇੱਥੇ ਆਇਆ, ਅਬਦਾਲੀ ਹੁਣੀ ਇੱਥੇ ਆਏ, ਕੋਈ ਪੰਜਾਬ ਨੂੰ ਫਤਿਹ ਨਹੀਂ ਕਰ ਸਕੇ। ਇਹ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ, ਇਹ ਸੂਰਬੀਰਾਂ ਦੀ ਧਰਤੀ ਹੈ। ਪਿਆਰ ਨਾਲ ਤੇ ਪੰਜਾਬੀ ਤੇ ਹਰਿਆਣਵੀ ਤੇ ਯੂਪੀ ਵਾਲੇ ਜਿਹੜੇ ਨੇ ਮਨਾਏ ਜਾ ਸਕਦੇ ਨੇ, ਇਹ ਜ਼ਬਰ ਨਾਲ ਧੱਕੇ ਨਾਲ ਨਹੀਂ ਬਣਾਏ ਜਾ ਸਕਦੇ। ਜਿਹੜੀਆਂ ਇੱਕ ਹੋਰ ਮੈਂ ਅਖੀਰ ਤੇ ਗੱਲ ਇਹ ਕਹਿਣ ਲੱਗਾ, ਜਿਹੜੀਆਂ ਪੋਪੂਲਰ ਗਵਰਨਮੈਂਟਸ ਹੁੰਦੀਆਂ ਨੇ ਉਹ ਪੋਪੂਲਰ ਸੈਂਟੀਮੈਂਟ ਦਾ ਧਿਆਨ ਰੱਖਦੀਆਂ ਨੇ। ਪੰਜਾਬ ਦੇ ਲੋਕਾਂ ਨਾਲ ਵੇਖੋ 100% ਮੈਨੂੰ ਇਹ ਯਕੀਨ ਹੈ ਕਿ ਅਸੀਂ ਇਹਦੇ 'ਚੋਂ ਕਾਮਯਾਬ ਹੋ ਕੇ ਨਿਕਲਾਂਗੇ। ਸੈਂਟਰ ਦੀ ਸਰਕਾਰ ਨੂੰ ਝੁਕਣਾ ਪਏਗਾ, ਜਿੰਨੀ ਜਲਦੀ ਉਹ ਆਪਣੀ ਗਲਤੀ ਮਹਿਸੂਸ ਕਰ ਲੇ। ਸੋ ਸੈਂਟਰ ਦੀ ਸਰਕਾਰ ਨੂੰ ਫਰਾਖ ਦਿਲ ਹੋਣਾ ਚਾਹੀਦਾ। ਲੀਡਰ ਹਮੇਸ਼ਾ ਫਰਾਖ ਦਿਲ ਹੁੰਦੇ ਨੇ ਆਪਣੇ ਲੋਕਾਂ ਵਾਸਤੇ। ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹਨਾਂ ਦੀ ਜਿੱਤ ਹੋਏਗੀ ਕਿ ਸਾਡੀ ਹੋਏਗੀ, ਪਰ ਜੇ ਅਸੀਂ ਸਿੰਘ ਅਡਾਲੇ, ਇਹਨਾਂ ਸਿੰਘਾਂ ਦਾ ਪਾਸਟ ਹਿਸਟਰੀ ਵੱਲ ਜ਼ਰੂਰ ਧਿਆਨ ਮਾਰਨਾ ਚਾਹੀਦਾ ਕਿ ਜਿਨ੍ਹਾਂ ਨੇ ਪੰਜਾਬੀਆਂ ਦਾ ਸਿੰਘ ਅਡਾਏ ਨੇ, ਉਹਨਾਂ ਪੰਜਾਬੀਆਂ ਨੇ ਫਿਰ ਉਹਨਾਂ ਸਿੰਘਾਂ ਨੂੰ ਫਿਰ ਅਖੀਰ ਭੰਨਿਆ ਹੀ ਭੰਨਿਆ। ਤਾਂ ਇਹ ਇਸ ਬਿਹਤਰੀ ਹੈ ਸਾਡੇ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਵਾਸਤੇ ਬਹੁਤ ਜ਼ਰੂਰੀ ਕਿ ਇਸ ਕਿਸਮ ਦੀ ਕੋਈ ਮੂਵਮੈਂਟ ਨਾ ਚੱਲ ਪਏ ਜਿਹਦੇ ਨਾਲ ਸਾਨੂੰ ਬਹੁਤ ਵੱਡੀ ਕੀਮਤ ਅਦਾ ਨਾ ਕਿਤੇ ਕਰਨੀ ਪੈ ਜਾਏ। ਮੈਨੂੰ ਇਸ ਗੱਲ ਦਾ ਖਦਸ਼ਾ, ਇਸੇ ਗੱਲ ਕਾਰਨ ਵਾਰੀ ਅਸੀਂ ਸੈਂਟਰ ਨੂੰ ਅਪੀਲ ਕਰਨੇ ਆ, ਕਿਰਪਾ ਕਰੋ ਵੱਡਾ ਦਿਲ ਵਿਖਾਓ, ਫਰਾਗ ਦਿਲੀ ਵਿਖਾਓ। ਤੁਹਾਨੂੰ ਲੋਕਾਂ ਨੇ ਜੇ ਐਡਾ ਵੱਡਾ ਫਤਵਾ ਤੁਹਾਡੇ ਹੱਕ 'ਚ ਦਿੱਤਾ ਤੇ ਅਸੀਂ ਉਹਨਾਂ ਜਿਨ੍ਹਾਂ ਲੋਕਾਂ ਨੇ ਸਾਡੇ ਦੇਸ਼ ਦਾ ਪੇਟ 56 ਸਾਲ ਪਾਲਿਆ, ਜਿਨ੍ਹਾਂ ਦੇ ਨੌਜਵਾਨ ਬੱਚੇ ਜਿਹੜੇ ਨੇ ਉਹ ਬਾਰਡਰਾਂ 'ਤੇ ਹਿੰਦੁਸਤਾਨ ਵਾਸਤੇ ਆਪਣੀਆਂ ਸ਼ਹਾਦਤਾਂ ਦੇ ਰਹੇ ਨੇ, ਉਹਨਾਂ ਨਾਲ ਅਸੀਂ ਸਲੂਕ ਨਾ ਕਰੀਏ। ਸੋ ਮੇਰੀ ਇਹ ਅਪੀਲ ਹੈ ਤੇ ਮੇਰਾ ਮੰਨਣਾ, ਮੈਂ ਸਾਰੀ ਕਿਸਾਨ ਜਥੇਬੰਦੀਆਂ ਨੂੰ ਤੇ ਪੰਜਾਬ ਦੇ ਵੀਰਾਂ ਨੂੰ ਭੈਣਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ, ਅਖੀਰ ਜਿੱਤ ਸਾਡੀ ਹੋਏਗੀ, ਕਿਸਾਨਾਂ ਦੀ ਹੋਏਗੀ ਤੇ ਪੰਜਾਬ ਦੀ ਹੋਏਗੀ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹਦੇ ਵਿੱਚ ਅਸੀਂ ਕਾਮਯਾਬ ਹੋ ਕੇ ਨਿਕਲਾਂਗੇ। ਬਾਜਵਾ ਸਾਹਿਬ ਤੁਸੀਂ ਸਮਾਂ ਕੱਢਿਆ ਸਾਡੇ ਲਈ ਤੇ ਇਹ ਗੱਲਾਂ ਡਿਟੇਲ ਦੱਸੀਆਂ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੀ ਵੀ, ਸੰਧ ਵਾਲੇ ਸਭ, ਤੁਹਾਡੀ ਤੇ ਤੁਹਾਡੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦੀ ਬਹੁਤ ਮਿਹਰਬਾਨੀ। ਥੈਂਕ ਯੂ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮੈਂ ਆਸ ਕਰਦਾ ਕਿ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਜ਼ਿਹਨ 'ਚ ਹੋਣਗੇ ਉਹ ਅੱਜ ਬਾਜਵਾ ਸਾਹਿਬ ਦੀਆਂ ਇਹਨਾਂ ਗੱਲਾਂ 'ਚੋਂ ਕਲੀਅਰ ਹੋਏ ਹੋਣਗੇ। ਇਨ ਫਿਊਚਰ ਆਪਾਂ ਹੋਰ ਜੇ ਕੋਈ ਗੱਲਾਂ ਇਕੱਠੀਆਂ ਹੋਈਆਂ ਫਿਰ ਹੋਰ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।